प्यारे विद्यार्थियों, ਅੱਜ ਦਾ ਜਿਹੜਾ ਮੇਰਾ ਟੌਪਿਕ ਹੈ ਉਹ ਹੈਗਾ ਪ੍ਰੋਬੇਬਿਲਿਟੀ ਸੰਭਾਵਨਾ। ਬਹੁਤ ਹੀ ਇੰਟਰਸਟਿੰਗ ਟੌਪਿਕ ਹੈ। 3 ਨੰਬਰ ਦਾ ਬੱਚੋ ਇਹਦੇ ਚ ਤੁਹਾਨੂੰ ਪੇਪਰ ਆਣਾ ਹੈ, ਸੋ ਧਿਆਨ ਨਾਲ ਸੁਣਨਾ ਔਰ ਈਜ਼ੀਐਸਟ ਟੌਪਿਕ ਹੈ। ਬੱਚੋ ਤੁਸੀਂ 9ਵੀਂ ਜਮਾਤ ਦੇ ਵਿੱਚ ਵੀ ਪ੍ਰੋਬੇਬਿਲਿਟੀ ਪੜ੍ਹੀ ਹੈ ਤੇ ਤੁਸੀਂ ਡੇਲੀ ਲਾਈਫ ਦੇ ਵਿੱਚ ਵੀ ਕਈ ਐਵੇਂ ਦੀਆਂ ਗੱਲਾਂ ਸੁਣਦੇ ਆ ਜਿੱਦਾਂ ਟੀਚਰਸ ਕਈ ਵਾਰੀ ਕਹਿੰਦੇ ਆ ਕਿ ਮੈਨੂੰ ਤਾਂ ਲੱਗਦਾ ਨਹੀਂ ਇਹ ਬੱਚਾ ਪਾਸ ਹੋਊਗਾ, ਮੈਨੂੰ ਇਹਦੇ ਪਾਸ ਹੋਣ ਦੇ ਵਿੱਚ ਸ਼ੱਕ ਹੈ। ਜਾਂ ਕੋਈ ਬੱਚਾ ਮਿਹਨਤ ਕਰਨ ਲੱਗ ਗਿਆ ਹੈ ਤਾਂ ਟੀਚਰ ਉਹਦੀ ਪਰਫਾਰਮੈਂਸ ਦੇ ਬੇਸ ਤੇ ਕਹਿ ਦਿੰਦਾ ਹੈ ਕਿ ਸੰਭਵ ਹੈ ਕਿ ਐਤਕੀ ਰਮਨ ਜਿਹੜਾ ਹੈ ਉਹ ਮੈਰਿਟ ਦੇ ਵਿੱਚ ਆ ਜਾਵੇ। ਜਾਂ ਜਦੋਂ ਵੀ ਕ੍ਰਿਕਟ ਦੇ ਮੈਚ ਹੁੰਦੇ ਆ ਜਾਂ ਫੁੱਟਬਾਲ ਦੇ ਮੈਚ ਹੁੰਦੇ ਆ ਅਸੀਂ ਇਹ ਗੈਸ ਲਗਾਉਂਦੇ ਆ ਕਿ ਅੱਜ ਜਿਹੜਾ ਇੰਡੀਆ ਜਿੱਤੇਗਾ ਜਾਂ ਅੱਜ ਇਹਦੇ ਜਿੱਤਣ ਦੇ ਆਸਾਰ ਜ਼ਿਆਦਾ ਹੈ। ਸੋ ਇਹੋ ਜਿਹੀ ਜਿਹੜੀ ਅਨਿਸ਼ਚਿਤਤਾ ਵਾਲੀਆਂ ਜਿਹੜੀਆਂ ਟਰਮਸ ਹੈ ਜਿੱਦਾਂ ਸੰਦੇਹ ਹੈ, ਸ਼ੱਕ ਹੈ ਜਾਂ ਸੰਜੋਗ ਹੈ, ਇਸ ਤਰ੍ਹਾਂ ਦੀਆਂ ਜਿਹੜੀਆਂ ਟਰਮਸ ਹੈ ਇਹਨਾਂ ਦੀ ਅਨਿਸ਼ਚਿਤਤਾ ਨੂੰ ਅਸੀਂ ਸੰਖਿਆਤਮਕ ਤੌਰ ਦੇ ਉੱਤੇ ਮਾਪ ਸਕਦੇ ਹਾਂ। ਇਹ ਤੁਸੀਂ 9ਵੀਂ ਜਮਾਤ ਦੇ ਵਿੱਚ ਬੱਚਿਓ ਪੜ੍ਹ ਕੇ ਆਏ ਹੈ ਤੇ ਇਹਨਾਂ ਦਾ ਜਿਹੜਾ ਸੰਖਿਆਤਮਕ ਰੂਪ ਦੇ ਵਿੱਚ ਮਾਪ ਹੈ ਉਸ ਨੂੰ ਅਸੀਂ ਕੀ ਕਹਿ ਦਿੰਦੇ ਆ, ਸੰਭਾਵਨਾ। ਸੋ ਕੀ ਡੈਫੀਨੇਸ਼ਨ ਹੋਈ ਪ੍ਰੋਬੇਬਿਲਿਟੀ ਦੀ ਕਿ ਅਨਿਸ਼ਚਿਤਤਾ ਦਾ ਮਾਪ ਹੀ ਸੰਭਾਵਨਾ ਅਖਵਾਉਂਦਾ ਹੈ, ਜਾਂ ਅਸੀਂ ਇੰਗਲਿਸ਼ ਦੇ ਵਿੱਚ ਕਹਿ ਸਕਦੇ ਹਾਂ ਪ੍ਰੋਬੇਬਿਲਿਟੀ ਇਜ਼ ਅ ਮੇਜਰ ਆਫ ਅਨਸਰਟਨਟੀ। ਸੋ ਬੱਚੋ ਤੁਸੀਂ 9th ਜਮਾਤ ਦੇ ਵਿੱਚ ਜਿਹੜੀ ਸੰਭਾਵਨਾ ਪੜ੍ਹੀ ਸੀ ਦੈਟ ਵਾਜ਼ ਐਕਸਪੈਰੀਮੈਂਟਲ ਪ੍ਰੋਬੇਬਿਲਿਟੀ। ਉਹਦੇ ਵਿੱਚ ਅਸੀਂ ਕੀ ਕਰਦੇ ਸੀਗੇ ਕਿ ਪ੍ਰਯੋਗ ਨੂੰ ਅਸੀਂ ਕਰ ਕਰਕੇ ਦੇਖਦੇ ਸੀ, ਵਾਰ-ਵਾਰ ਕੋਸ਼ਿਸ਼ਾਂ ਕਰਦੇ ਸੀਗੇ ਤੇ ਉਹਦਾ ਜਿਹੜਾ ਫਾਰਮੂਲਾ ਸਾਡੇ ਕੋਲ ਕੀ ਡਿਵੈਲਪ ਹੋਇਆ ਸੀ ਕਿ ਨੰਬਰ ਆਫ ਟ੍ਰਾਇਲਸ ਇਨ ਵਿਚ ਇਵੈਂਟ ਹੈਜ਼ ਅਕਰਡ ਡਿਵਾਈਡਡ ਬਾਏ ਕੀ ਲਿਆ ਸੀ ਅਸੀਂ, ਟੋਟਲ ਨੰਬਰ ਆਫ ਟ੍ਰਾਇਲਸ। ਪਰ ਬੱਚਿਓ ਜਿਹੜੀ ਬਾਰ-ਬਾਰ ਕੋਸ਼ਿਸ਼ਾਂ ਕਰਨਾ ਹੈ ਇਹਦੀ ਵੀ ਲਿਮਿਟੇਸ਼ਨਸ ਹੋ ਸਕਦੀਆਂ ਹੈ ਕਿ ਜਦੋਂ ਕੋਈ ਐਕਸਪੈਰੀਮੈਂਟ ਬਹੁਤ ਹੀ ਜ਼ਿਆਦਾ ਵੱਡਾ, ਜਿੱਦਾਂ ਹੁਣ ਕਹਿ ਲੈਂਦੇ ਆਪਾਂ ਕਿ ਆਪਾਂ 10,000 ਵਾਰ ਸਿੱਕੇ ਨੂੰ ਉਛਾਲਣਾ ਹੈ ਤਾਂ ਇਹਦੇ ਲਈ ਬਹੁਤ ਇੱਕ ਤਾਂ ਟਾਈਮ ਕੰਜ਼ਿਊਮਿੰਗ ਹੋਏਗਾ ਔਰ ਇੱਕ ਇਹਦੇ ਤੇ ਜਿਹੜਾ ਖਰਚ ਵੀ ਬਹੁਤ ਆ ਜਾਏਗਾ। ਜਾਂ ਕਈ ਵਾਰੀ ਇਸ ਤਰ੍ਹਾਂ ਦੀਆਂ ਕਈ ਸਿਚੁਏਸ਼ਨਸ ਹੁੰਦੀਆਂ ਹੈ ਜਿੱਥੇ ਐਕਚੁਅਲੀ ਪਰਫਾਰਮ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਜਿਵੇਂ ਅਸੀਂ ਕਹਿੰਦੇ ਆ ਕਿ ਕੋਈ ਮਲਟੀ ਸਟੋਰੀਡ ਬਿਲਡਿੰਗ ਹੈ, ਤੁਸੀਂ ਅੱਜ ਕੱਲ੍ਹ ਦੇਖਿਆ ਸਾਰੇ 25-25 ਮੰਜ਼ਿਲਾ ਜਿਹੜੇ ਆ ਫਲੈਟ ਬਣਦੇ ਆ। ਅਸੀਂ ਹੁਣ ਉਹਦੀ ਇਹ ਸੰਭਾਵਨਾ ਪਤਾ ਕਰਨੀ ਹੈ ਕਿ ਭੁਚਾਲ ਦੇ ਆਉਣ ਦੇ ਨਾਲ ਕੀ ਇਹ ਬਿਲਡਿੰਗ ਗਿਰਦੀ ਹੈ, ਤਾਂ ਇਹਦੇ ਲਈ ਹੁਣ ਆਪਾਂ ਦੁਬਾਰਾ ਭੁਚਾਲ ਦੇ ਆਉਣ ਦਾ ਇੰਤਜ਼ਾਰ ਕਰਨ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ। ਸੋ ਇਹੋ ਜਿਹੇ ਕੇਸਿਸ ਦੇ ਵਿੱਚ ਜਿਹੜੀ ਸਾਡੀ ਐਕਸਪੈਰੀਮੈਂਟਲ ਪ੍ਰੋਬੇਬਿਲਿਟੀ ਹੈ ਉਹ ਥੋੜੀ ਫੇਲ ਹੋ ਜਾਂਦੀ, ਇਹਦੀ ਥੋੜੀ ਲਿਮਿਟੇਸ਼ਨਸ ਹੋ ਜਾਂਦੀਆਂ ਤੇ ਉਸ ਦੇ ਵਾਸਤੇ ਅਸੀਂ ਜਿਹੜਾ ਹੈ ਕੁਝ ਕਲਪਨਾਵਾਂ, ਕੁਝ ਇਹੋ ਜਿਹੀ ਪ੍ਰੋਬੇਬਿਲਿਟੀ ਕੈਲਕੂਲੇਟ ਕਰਨ ਲਈ ਕੁਝ ਕਲਪਨਾਵਾਂ ਕਰ ਲੈਂਦੇ ਆ ਜਿਨ੍ਹਾਂ ਨੂੰ ਅਸੀਂ ਸੱਚ ਮੰਨ ਕੇ ਪ੍ਰੋਬੇਬਿਲਿਟੀ ਦਾ ਜਿਹੜਾ ਹੈ ਫਾਰਮੂਲਾ ਬਣਾਉਂਦੇ ਹਾਂ। ਇਸ ਪ੍ਰੋਬੇਬਿਲਿਟੀ ਨੂੰ ਕਿਹਾ ਜਾਂਦਾ ਹੈ ਥਿਓਰੈਟੀਕਲ ਪ੍ਰੋਬੇਬਿਲਿਟੀ ਔਰ ਕਲਾਸੀਕਲ ਪ੍ਰੋਬੇਬਿਲਿਟੀ। ਇਹ ਪ੍ਰੋਬੇਬਿਲਿਟੀ ਕੀ ਹੈ ਕਿ ਕੋਈ ਵੀ ਘਟਨਾ ਜਿਹੜੀ E ਹੈ ਉਸ ਦੇ ਅਨੁਕੂਲ ਪਰਿਣਾਮਾਂ ਦੀ ਸੰਖਿਆ ਬਟਾ ਪ੍ਰਯੋਗ ਦੇ ਸਾਰੇ ਸੰਭਵ ਪਰਿਣਾਮਾਂ ਦੀ ਸੰਖਿਆ। ਹੁਣ ਇਹਦੇ ਵਿੱਚ ਬੱਚਿਓ ਕੁਝ ਅਸੀਂ ਜਿਹੜੀਆਂ ਅਜ਼ੰਪਸ਼ਨਸ ਹੈ ਉਹਨਾਂ ਦੇ ਬੇਸਿਸ ਦੇ ਉੱਤੇ ਇਹ ਪ੍ਰੋਬੇਬਿਲਿਟੀ ਕੈਲਕੂਲੇਟ ਕਰਦੇ ਆ। ਇਹਨਾਂ ਦੇ ਵਿੱਚ ਜਿਹੜੀ ਸਭ ਤੋਂ ਇੰਪੋਰਟੈਂਟ ਅਜ਼ੰਪਸ਼ਨ ਅਸੀਂ ਕਰਦੇ ਆ ਉਹ ਇਹ ਕਰਦੇ ਆ ਕਿ ਜਿੰਨੇ ਵੀ ਪਰਿਣਾਮ ਸਾਡੇ ਆਣੇ ਆ ਉਹ ਸਾਰੇ ਪਰਿਣਾਮ ਜਿਹੜੇ ਆ ਸਮਸੰਭਾਵੀ ਹੋਣਗੇ। ਸਮਸੰਭਾਵੀ ਮਤਲਬ ਕੀ ਹੈ ਵੀ ਉਹਨਾਂ ਦੇ ਆਉਣ ਦੀ ਜਿਹੜੀ ਕਿਸੇ ਵੀ ਘਟਨਾ ਦੇ ਪਰਿਣਾਮ ਆਉਣ ਦੀ ਜਿਹੜੀ ਸੰਭਾਵਨਾ ਹੈ ਉਹ ਕੀ ਹੈ, ਸਮਾਨ ਹੈ। ਠੀਕ ਹੈ, ਤਾਂ ਆ ਬੇਟੇ ਬਹੁਤ ਹੀ ਇੰਪੋਰਟੈਂਟ ਫਾਰਮੂਲਾ ਹੋ ਗਿਆ ਤੁਹਾਡਾ ਪ੍ਰੋਬੇਬਿਲਿਟੀ ਦਾ ਕਿ E ਦੇ ਅਨੁਕੂਲ ਪਰਿਣਾਮਾਂ ਦੀ ਸੰਖਿਆ ਬਟਾ ਪ੍ਰਯੋਗ ਦੇ ਸਾਰੇ ਸੰਭਵ ਪਰਿਣਾਮਾਂ ਦੀ ਸੰਖਿਆ। ਤੁਸੀਂ ਇਹਨੂੰ ਸ਼ਾਰਟ 'ਚ ਵੀ ਲਿਖ ਦਿੰਦੇ ਹੋ, ਅਨੁਕੂਲ ਪਰਿਣਾਮਾਂ ਦੀ ਸੰਖਿਆ ਬਟਾ ਕੁੱਲ ਪਰਿਣਾਮਾਂ ਦੀ ਸੰਖਿਆ। ਇਸ ਫਾਰਮੂਲੇ ਨੂੰ ਐਨ ਅੱਛੀ ਤਰ੍ਹਾਂ ਯਾਦ ਕਰਨਾ ਹੈ, ਕੋਈ ਵੀ ਸਵਾਲ ਆਵੇ ਇਹਨੂੰ ਲਿਖ ਕੇ ਆਉਣਾ ਹੈ। ਹੁਣ ਅਸੀਂ ਦੇਖਦੇ ਹਾਂ ਕਿ ਜਿਹੜੀ ਪ੍ਰਯੋਗੀ ਸੰਭਾਵਨਾ ਅਤੇ ਸਿਧਾਂਤਕ ਸੰਭਾਵਨਾ ਸੀ ਉਹਦੇ ਵਿੱਚ ਅੰਤਰ ਕੀ ਹੈ। ਹੁਣ ਜਿਹੜੀ ਪ੍ਰਯੋਗਿਕ ਸੰਭਾਵਨਾ ਸੀ, ਠੀਕ ਹੈ, ਜਿਹੜੀ ਸਾਡੀ ਐਕਸਪੈਰੀਮੈਂਟਲ ਪ੍ਰੋਬੇਬਿਲਿਟੀ ਸੀ ਉਹ ਇਸ ਗੱਲ ਦੇ ਉੱਤੇ ਨਿਰਭਰ ਸੀ ਕਿ ਅਸਲ 'ਚ ਕੀ ਵਾਪਰ ਚੁੱਕਾ ਹੈ, ਜਦੋਂ ਕਿ ਜਿਹੜੀ ਥਿਓਰੈਟੀਕਲ ਪ੍ਰੋਬੇਬਿਲਿਟੀ ਹੈ ਉਹਦੇ ਵਿੱਚ ਕੁਝ ਕਲਪਨਾਵਾਂ ਦੇ ਆਧਾਰ ਤੇ ਅਸੀਂ ਇਹ ਭਵਿੱਖਬਾਣੀ ਕਰਦੇ ਹਾਂ ਕਿ ਕੀ ਵਾਪਰੇਗਾ। ਇਸ ਚੀਜ਼ ਦੀ ਕੈਲਕੂਲੇਸ਼ਨ ਕਰਦੇ ਹਾਂ ਕਿ ਕੀ ਵਾਪਰੇਗਾ, ਜਾਂ ਆਪਾਂ ਇੰਗਲਿਸ਼ ਦੇ ਵਿੱਚ ਕਹਿ ਸਕਦੇ ਇਹਦੀ ਡੈਫੀਨੇਸ਼ਨ ਕਿ ਐਕਸਪੈਰੀਮੈਂਟਲ ਪ੍ਰੋਬੇਬਿਲਿਟੀ ਆਫ ਐਨ ਇਵੈਂਟ ਇਜ਼ ਬੇਸਡ ਔਨ ਵਟ ਹੈਜ਼ ਐਕਚੁਅਲੀ ਹੈਪਨਡ whereas theoretical probability of an event attempts to predict what will happen on the basis of certain assumption। ਹੁਣ ਮੈਂ assumptions ਦੀ ਗੱਲ ਪਹਿਲਾਂ ਵੀ ਕੀਤੀ ਸੀ ਕਿ ਇਹਦੀ ਇੱਕ ਬਹੁਤ ਹੀ ਇੰਪੋਰਟੈਂਟ ਅਸੀਂ ਜਿਹੜੀ assumption ਲੈਂਦੇ ਆ ਉਹ ਇਹ ਲੈਂਦੇ ਆ ਕਿ ਇਵੈਂਟਸ ਜਿਹੜੀਆਂ ਆ ਇਕੁਅਲੀ ਲਾਈਕਲੀ ਹੈ ਜਾਂ ਕੀ ਆ ਸਮਸੰਭਾਵੀ। ਹੁਣ ਇਹ ਸਮਸੰਭਾਵੀ ਬੱਚੋ ਹੁੰਦਾ ਕੀ ਹੈ, ਸਮਸੰਭਾਵੀ ਦਾ ਮਤਲਬ ਇਹ ਹੈ, ਇਕੁਅਲੀ ਲਾਈਕਲੀ ਆਊਟਕਮ ਦਾ ਮਤਲਬ ਇਹ ਹੈ ਕਿ ਜਦੋਂ ਕਿਸੇ ਪ੍ਰਯੋਗ ਦੇ ਸਾਰੇ ਪਰਿਣਾਮ ਬਰਾਬਰ ਸੰਭਾਵਨਾ ਵਾਲੇ ਹੋਣ
ਤਾਂ ਉਹਨਾਂ ਨੂੰ ਅਸੀਂ ਕੀ ਕਹਿ ਦਿੰਦੇ ਆ, ਸਮਸੰਭਾਵੀ परिणाम. If there is no reason for any outcome to occur in preference to any other outcome, we say that outcomes are equally likely. ਜਿੱਦਾਂ ਹੁਣ ਦੇਖੋ, ਜੇ ਥੈਲੇ ਦੇ ਵਿੱਚ 5 ਮੇਰੇ ਕੋਲ ਨੀਲੀਆਂ ਗੇਂਦਾਂ ਆ, 1 ਮੇਰੇ ਕੋਲ ਲਾਲ ਹੈ, ਤਾਂ ਅਸੀਂ ਹੁਣ ਕੋਈ ਗੇਂਦ ਕੱਢਣੀ ਹੈ ਤਾਂ ਉਹਦੇ ਲਈ ਜਿਹੜੀਆਂ ਤੁਹਾਡੇ ਪਰਿਣਾਮ ਹੋਣਗੇ ਉਹ ਕੀ ਹੈ, ਸਮਸੰਭਾਵੀ ਹੈ, ਸਭ ਲਈ ਬਰਾਬਰ ਚਾਂਸ ਹੈ. ਬਟ ਜੇ ਮੈਂ ਕਹਿੰਦੀ ਹਾਂ ਨੀਲੀ ਗੇਂਦ ਕੱਢਣੀ ਹੈ ਤਾਂ ਨੀਲੀ ਗੇਂਦ 'ਚ ਤਾਂ ਫਿਰ ਉਹ ਸਮਸੰਭਾਵੀ ਨਹੀਂ ਹੈ ਨਾ, ਕਿਉਂਕਿ ਨੀਲੀਆਂ ਤਾਂ 5 ਹੈ, ਉਹਦੇ ਆਉਣ ਦੇ ਚਾਂਸਸ ਜ਼ਿਆਦਾ ਹੈ, ਜਦਕਿ ਲਾਲ ਦੇ ਆਉਣ ਦੇ ਚਾਂਸਸ ਘੱਟ ਹੈ. ਹੁਣ ਇਹਨੂੰ ਸਮਝਣ ਲਈ, ਇਸ ਡੈਫੀਨੇਸ਼ਨ ਸਮਝਣ ਲਈ ਆਪਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਲੈਂਦੇ ਹਾਂ. ਤੁਹਾਡੀ ਕਿਤਾਬ ਦਾ ਹੀ ਇਹ ਕੁਐਸਚਨ ਹੈ ਕਿ ਹੇਠਾਂ ਦਿੱਤੇ ਪ੍ਰਯੋਗਾਂ ਵਿੱਚੋਂ ਕਿਹੜੇ ਪ੍ਰਯੋਗਾਂ ਦੇ ਪਰਿਣਾਮ ਜਿਹੜੇ ਹੈ ਉਹ ਸਮਸੰਭਾਵੀ ਹਨ. ਠੀਕ ਹੈ, ਸਪਸ਼ਟ ਕਰੋ ਕਿ ਕਿਹੜੀਆਂ ਆਊਟਕਮਸ ਜਿਹੜੀਆਂ ਇਕੁਅਲੀ ਲਾਈਕਲੀ, ਸਮਸੰਭਾਵੀ ਨੂੰ ਕਿਹਾ ਜਾਂਦਾ ਹੈ ਇਕੁਅਲੀ ਲਾਈਕਲੀ. ਜਿੱਦਾਂ ਹੁਣ ਇੱਕ ਡਰਾਈਵਰ ਹੈ, ਉਹ ਕਾਰ ਚਲਾਉਣ ਦਾ ਯਤਨ ਕਰਦਾ ਹੈ, ਕਾਰ ਚੱਲਣੀ ਸ਼ੁਰੂ ਹੋ ਜਾਂਦੀ ਹੈ ਜਾਂ ਕਾਰ ਚੱਲਣੀ ਸ਼ੁਰੂ ਨਹੀਂ ਹੁੰਦੀ. ਇਹ ਜਿਹੜਾ ਹੈ ਸਮਸੰਭਾਵੀ ਨਹੀਂ ਹੈ, ਕਿਉਂਕਿ ਮੋਸਟ ਆਫ ਦਾ ਟਾਈਮ ਜਿਹੜੀ ਹੈ ਕਾਰ ਚੱਲੂਗੀ, 95% ਕਾਰ ਚੱਲੇਗੀ, 5% ਕਿਤੇ ਚਾਂਸਿਸ ਹੈ ਕਿ ਕਾਰ ਜਿਹੜੀ ਹੈ ਨਾ ਚੱਲੇ, ਖਰਾਬ ਹੋਵੇ, ਇੰਜਨ 'ਚ ਕੋਈ ਖਰਾਬੀ ਆ ਜਾਏ. ਇਹਦਾ ਮਤਲਬ ਇਹ ਕੀ ਹੈ, ਸਮਸੰਭਾਵੀ ਨਹੀਂ ਹੈ. ਇੱਕ ਖਿਡਾਰੀ ਬਾਸਕਟਬਾਲ ਨੂੰ ਬਾਸਕਟ ਵਿੱਚ ਪਾਉਣ ਦਾ ਯਤਨ ਕਰਦੀ ਹੈ, ਉਹ ਬਾਸਕਟ ਵਿੱਚ ਪਾ ਸਕਦੀ ਹੈ ਜਾਂ ਨਹੀਂ ਪਾ ਸਕਦੀ. ਹੁਣ ਇਹ ਵੀ ਬੱਚੋ ਜਿਹੜਾ ਇਕੁਅਲੀ ਲਾਈਕਲੀ ਨਹੀਂ ਹੈ, ਕਿਉਂਕਿ ਐਡਾ ਵੱਡਾ ਮੈਚ ਹੁੰਦਾ ਹੈ ਤੇ ਗੋਲ ਤਾਂ ਜਿਹੜਾ ਹੈ ਸਾਡੇ 2 ਕੀ ਹੁੰਦੇ ਆ, ਮੋਸਟ ਆਫ ਦਾ ਟਾਈਮਸ ਨਹੀਂ ਪੈਂਦਾ, ਜਾਂ ਬਾਲ ਜਿਹੜੀ ਹੈ ਗਰਾਊਂਡ 'ਚ ਘੁੰਮੀ ਜਾਂਦੀ ਹੈ. 1 2 ਜਾਂ 3 ਵਾਰੀ ਹੋ ਸਕਦਾ ਹੈ ਕਿ ਜਿਹੜਾ ਹੈ ਬਾਲ ਜਿਹੜੀ ਹੈ ਬਾਸਕਟ ਵਿੱਚ ਪੈ ਜਾਏ, ਉਨੇ ਹੀ ਗੋਲ. ਤਾਂ ਇਹ ਵੀ ਜਿਹੜੀ ਹੈ ਸਾਡੀ ਸਮਸੰਭਾਵੀ ਨਹੀਂ ਹੈ. ਠੀਕ ਹੈ, ਅਗਲਾ ਕੁਐਸਚਨ ਹੈ ਕਿ ਇੱਕ ਸੱਚ ਜਾਂ ਝੂਠ ਪ੍ਰਸ਼ਨ ਦਾ ਅਨੁਮਾਨ ਲਗਾਇਆ ਜਾਂਦਾ ਹੈ, ਉੱਤਰ ਸਹੀ ਹੈ ਜਾਂ ਗਲਤ. ਇਹ ਬੱਚੋ ਸਮਸੰਭਾਵੀ ਹੈ, ਇਕੁਅਲੀ ਲਾਈਕਲੀ ਹੈ. ਜੇ ਸਹੀ ਹੋ ਜਾਂ ਤਾਂ ਸਹੀ ਹੋਊਗਾ ਜਾਂ ਫਿਰ ਗਲਤ ਹੋਊਗਾ, ਹੋਰ ਕੋਈ ਹੈ ਹੀ ਨਹੀਂ ਹੈ, ਬਰਾਬਰ ਹੈ. ਜੇ ਸਹੀ ਨਹੀਂ ਹੈ ਤਾਂ ਗਲਤ ਹੈ, ਜੇ ਗਲਤ ਨਹੀਂ ਹੈ ਤਾਂ ਸਹੀ ਹੈ. ਠੀਕ ਹੈ, ਇਹ ਜਿਹੜਾ ਕੀ ਹੈ ਸਮਸੰਭਾਵੀ ਹੈ. ਇਸ ਚੀਜ਼ ਨੂੰ ਸਮਝਣਾ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ. ਉਸ ਤੋਂ ਬਾਅਦ ਦੇਖੋ ਅੱਗੇ ਆ ਗਿਆ ਐਲੀਮੈਂਟਰੀ ਇਵੈਂਟ. ਮੁੱਢਲੀ ਇਵੈਂਟ ਕੀ ਹੁੰਦੀ ਹੈ, ਥੋੜੀ ਜਿਹੀ ਜਾਣਕਾਰੀ ਇਹਨਾਂ ਡੈਫੀਨੇਸ਼ਨਸ ਬਾਰੇ ਪ੍ਰਾਪਤ ਕਰ ਲਈਏ, ਫਿਰ ਸਾਡੇ ਕੋਲ ਕੁਐਸਚਨਸ ਕਰਨੇ ਕਾਫੀ ਈਜ਼ੀ ਹੋ ਜਾਂਦੇ ਆ. ਕਿਸੇ ਪ੍ਰਯੋਗ ਦੀ ਉਹ ਘਟਨਾ ਜਿਸ ਦਾ ਕੇਵਲ ਇੱਕ ਹੀ ਪਰਿਣਾਮ ਹੋਵੇ, ਉਹ ਕੀ ਅਖਵਾਉਂਦੀ ਹੈ, ਮੁੱਢਲੀ ਘਟਨਾ. ਜਿਵੇਂ ਕਿ ਅਸੀਂ ਕੋਈ ਪਾਸਾ ਸਿੱਟਿਆ, 1 ਦੇ ਆਉਣ ਦੀ ਸੰਭਾਵਨਾ, 2 ਦੇ ਆਉਣ ਦੀ ਸੰਭਾਵਨਾ, ਜਾਂ 3 ਦੇ ਆਉਣ ਦੀ ਸੰਭਾਵਨਾ, 4 ਦੇ ਆਉਣ ਦੀ ਸੰਭਾਵਨਾ, ਇਹ ਸਾਰੀਆਂ ਕੀ ਹੈ, ਪ੍ਰਯੋਗ ਦੀਆਂ ਕੀ ਹੈ, ਮੁੱਢਲੀਆਂ ਘਟਨਾਵਾਂ. ਔਰ ਅਗਰ ਅਸੀਂ ਇਹਨਾਂ ਦੀਆਂ ਪ੍ਰੋਬੇਬਿਲਿਟੀਜ਼ ਦਾ ਨੂੰ ਜੋੜ ਲਵਾਂਗੇ ਤਾਂ ਉਹ ਜੋੜ ਹਮੇਸ਼ਾ ਕੀ ਆਏਗਾ, ਸਾਡੇ ਕੋਲ 1 ਦੇ ਬਰਾਬਰ. ਕਿਸੇ ਪ੍ਰਯੋਗ ਦੀਆਂ ਸਾਰੀਆਂ ਮੁੱਢਲੀਆਂ ਘਟਨਾਵਾਂ ਦਾ ਜਿਹੜਾ ਜੋੜ ਹੁੰਦਾ ਹੈ ਉਹ ਕਿੰਨਾ ਹੁੰਦਾ ਹੈ ਬੱਚੋ, 1 ਹੁੰਦਾ ਹੈ. ਇਹ ਤੁਹਾਨੂੰ 1 ਨੰਬਰ ਦੇ ਵਿੱਚ ਕੁਐਸਚਨ ਜਿਹੜਾ ਹੈ ਪੁੱਛਿਆ ਜਾ ਸਕਦਾ ਹੈ. ਠੀਕ ਹੈ, ਕਿਸੇ ਵੀ ਪ੍ਰਯੋਗ ਦੀਆਂ ਸਾਰੀਆਂ ਮੁੱਢਲੀਆਂ ਘਟਨਾਵਾਂ ਦਾ ਜਿਹੜਾ ਜੋੜ ਹੈ ਉਹ ਕੀ ਹੁੰਦਾ ਹੈ, 1 ਹੁੰਦਾ ਹੈ. ਉਸ ਤੋਂ ਬਾਅਦ ਦੇਖੋ ਬੱਚੋ ਮਿਸ਼ਰਿਤ ਘਟਨਾ ਕੀ ਹੁੰਦੀ ਹੈ. ਕੰਪਾਊਂਡ ਇਵੈਂਟ ਕਿਹਨੂੰ ਕਹਿੰਦੇ ਆ ਅਸੀਂ, ਉਹ ਘਟਨਾ ਜਿਸ ਦੇ 1 ਤੋਂ ਵੱਧ ਅਨੁਕੂਲ ਪਰਿਣਾਮ ਹੋਣ. ਠੀਕ ਹੈ, ਐਨ ਇਵੈਂਟ ਵਿਚ ਹੈਜ਼ ਮੋਰ ਦੈਨ 1 ਫੇਵਰੇਬਲ ਆਊਟਕਮ ਫਰੋਮ ਸੈਂਪਲ ਸਪੇਸ, ਉਹਨੂੰ ਅਸੀਂ ਕੀ ਕਹਿ ਦਿੰਦੇ ਆ, ਕੰਪਾਊਂਡ ਇਵੈਂਟ. ਜਿਵੇਂ ਕਿ ਆਪਾਂ ਇੱਕ ਪਾਸਾ ਸਿੱਟਿਆ, ਠੀਕ ਹੈ, ਹੁਣ ਜੇ 5 ਪ੍ਰਾਪਤ ਹੋਣਾ ਜਾਂ 4 ਪ੍ਰਾਪਤ ਹੋਣਾ, ਮੈਂ ਤੁਹਾਨੂੰ ਹੁਣੇ ਪਿੱਛੇ ਦੱਸ ਕੇ ਹਟੀ ਹੈ ਕਿ ਉਹ ਸਾਰਾ ਕੀ ਅਖਵਾਉਂਦਾ ਹੈ, ਮੁੱਢਲੀਆਂ ਘਟਨਾਵਾਂ. ਜਦੋਂ ਕਿ ਕੋਈ ਜਿਸਤ ਸੰਖਿਆ ਪ੍ਰਾਪਤ ਕਰਨਾ ਕੀ ਹੈ, ਮਿਸ਼ਰਿਤ ਘਟਨਾ, ਕਿਉਂਕਿ ਜਿਸ ਸੰਖਿਆਵਾਂ ਕਿਹੜੀਆਂ ਹੋ ਸਕਦੀਆਂ, 2 4 6. ਇਸੇ ਤਰ੍ਹਾਂ ਕੋਈ ਟਾਂਕ ਸੰਖਿਆ ਪ੍ਰਾਪਤ ਕਰਨਾ, ਜਿੱਦਾਂ 1 3 5, ਇਹ ਵੀ ਕੀ ਹੈ ਤੁਹਾਡੀ ਮਿਸ਼ਰਿਤ ਘਟਨਾ. ਜਾਂ ਇੱਕ ਹੋਰ ਬੜਾ ਇਹਦਾ ਇੰਪੋਰਟੈਂਟ ਕੁਐਸਚਨ ਹੁੰਦਾ ਹੈ ਕਿ ਅਭਾਜ ਸੰਖਿਆ ਪ੍ਰਾਪਤ ਕਰਨਾ. ਅਭਾਜ ਸੰਖਿਆ ਕਿਹੜੀ ਹੋਏਗੀ, 2 3 5. ਇਹ ਸਾਰੀਆਂ ਦੀਆਂ ਸਾਰੀਆਂ ਕੀ ਅਖਵਾਉਂਦੀਆਂ ਹੈ, ਮਿਸ਼ਰਿਤ ਘਟਨਾ. ਇਹਨਾਂ ਨੂੰ ਅਸੀਂ ਕੀ ਕਹਿ ਦਿੰਦੇ ਆ, ਮਿਸ਼ਰਿਤ ਘਟਨਾ. ਹੁਣ ਨਿਸ਼ਚਿਤ ਘਟਨਾ ਕੀ ਹੁੰਦੀ ਹੈ, ਉਹ ਘਟਨਾ ਜਿਸ ਦਾ ਵਾਪਰਨਾ ਨਿਸ਼ਚਿਤ ਹੋਵੇ, ਕੀ ਅਖਵਾਉਂਦੀ ਹੈ, ਨਿਸ਼ਚਿਤ ਘਟਨਾ. ਮਤਲਬ ਕਿ ਅਸੀਂ ਮੰਨ ਲਓ ਕਿ ਕੋਈ ਪਾਸਾ ਸਿੱਟਿਆ, ਠੀਕ ਹੈ, ਮੈਂ ਇਹ ਕਹਿੰਨੀ ਹੈ ਕਿ 7 ਤੋਂ ਘੱਟ ਪ੍ਰਕਿਰਤਿਕ ਸੰਖਿਆ ਆਉਣ ਦੀ ਸੰਭਾਵਨਾ ਕੀ ਹੈ, ਇਹ ਕੀ ਹੈ, ਨਿਸ਼ਚਿਤ ਘਟਨਾ. ਕਿਉਂ, ਕਿਉਂਕਿ ਜਾਂ 1 ਆਊਗਾ, 2 ਆਊਗਾ, 3 ਆਊਗਾ, 4 ਆਊਗਾ, 5 ਆਊਗਾ ਜਾਂ 6 ਆਊਗਾ. ਇਹ ਕੀ ਹੈ, ਇਸ ਚੀਜ਼ ਨੇ ਹੋਣਾ ਹੀ ਹੋਣਾ. ਠੀਕ ਹੈ, ਜਾਂ ਆਪਾਂ ਇੱਕ ਸਿੱਕਾ ਸੁੱਟਿਆ ਤੇ ਉਹਦੇ ਵਿੱਚ ਚਿੱਤ ਜਾਂ ਪੱਟ ਦਾ ਆਉਣਾ, ਇਹ ਵੀ ਕੀ ਹੈ, ਤੁਹਾਡੀ ਨਿਸ਼ਚਿਤ ਘਟਨਾ ਹੈ. ਠੀਕ ਹੈ, ਔਰ ਜਿਹੜੀ ਸ਼ੋਰ ਇਵੈਂਟ ਹੁੰਦੀ ਹੈ ਉਹਦੀ ਜਿਹੜੀ ਸੰਭਾਵਨਾ ਹੈ ਉਹ ਕਿੰਨੀ ਹੁੰਦੀ ਹੈ, 1. ਠੀਕ ਹੈ, ਕਿਸੇ ਵੀ ਸ਼ੋਰ ਇਵੈਂਟ ਦੀ ਸੰਭਾਵਨਾ ਕਿੰਨੀ ਹੁੰਦੀ ਹੈ, 1. ਇਹ ਬੱਚੋ ਦਿਮਾਗ 'ਚ ਰੱਖਣਾ, ਇਹਨਾਂ ਨੂੰ ਨੋਟ ਕਰ ਲਓ. ਮੈਂ ਹੁਣੇ ਇਹਨਾਂ ਤੇ ਬੇਸਡ ਤੁਹਾਡੇ ਕੋਲੋਂ ਕੁਐਸਚਨਸ ਪੁੱਛਾਂਗੀ ਤੁਹਾਨੂੰ.
ਉਸ ਤੋਂ ਬਾਅਦ ਆ ਗਈ ਤੁਹਾਡੀ ਇੰਪੋਸੀਬਲ ਇਵੈਂਟ ਜਾਂ ਜਿਸ ਨੂੰ ਅਸੀਂ ਕਹਿੰਦੇ ਆ ਅਸੰਭਵ ਘਟਨਾ। ਅਸੰਭਵ ਘਟਨਾ ਕੀ ਹੁੰਦੀ ਹੈ? ਉਹ ਘਟਨਾ ਜਿਸ ਦਾ ਵਾਪਰਨਾ ਸੰਭਵ ਹੀ ਨਾ ਹੋਵੇ ਉਹਨੂੰ ਕੀ ਕਹਿ ਦਿੰਦੇ ਆ ਆਪਾਂ? ਅਸੰਭਵ ਘਟਨਾ, ਇੰਪੋਸੀਬਲ। ਹੁਣ ਮੈਂ ਪਾਸਾ ਸਿੱਟਿਆ, ਠੀਕ ਹੈ, ਮੇਰੇ ਕੋਲ ਕੀ 8 ਆ ਜਾਣਗੇ? ਹੁਣ ਜਦ ਉਹਦੇ ਤੇ ਨੰਬਰ ਹੀ 6 ਤੱਕ ਹੈ, 1 2 3 4 5 6 ਹੈ, ਤਾਂ ਮੇਰੇ ਕੋਲ ਕਿੱਥੋਂ 8 ਨੰਬਰ ਆ ਜਾਏਗਾ? ਸੋ ਇਸ ਨੂੰ ਆਪਾਂ ਕੀ ਕਹਿ ਦਿੰਦੇ ਆ? ਇਸ ਟਾਈਪ ਦੀ ਜਿਹੜੀ ਘਟਨਾ ਹੈ ਉਸ ਨੂੰ ਆਪਾਂ ਕੀ ਕਹਿ ਦਿੰਦੇ ਆ? ਇੰਪੋਸੀਬਲ ਇਵੈਂਟ। An event which never happens is called an impossible event। और ਇਸ ਦੀ ਸੰਭਾਵਨਾ ਬੱਚੋ ਕੀ ਹੁੰਦੀ ਹੈ? 0। ਆ ਪੁਆਇੰਟ ਨੋਟ ਕਰਨ ਵਾਲਾ ਹੈ ਕਿ ਜਿਹੜੀ ਇੰਪੋਸੀਬਲ ਇਵੈਂਟ ਹੈ ਉਹਦੀ ਜਿਹੜੀ ਪ੍ਰੋਬੇਬਿਲਿਟੀ ਹੈ that is 0, ਔਰ ਜਿਹੜੀ ਸ਼ੋਰ ਇਵੈਂਟ ਹੈ ਉਸ ਦੀ ਜਿਹੜੀ ਪ੍ਰੋਬੇਬਿਲਿਟੀ ਹੈ that is 1। ਠੀਕ ਹੈ, ਹੁਣ ਤੁਹਾਨੂੰ ਯਾਦ ਹੋਏਗਾ ਕਿ 9ਵੀਂ ਦੇ ਵਿੱਚ ਆਪਾਂ ਜਦੋਂ ਪ੍ਰੋਬੇਬਿਲਿਟੀ ਦੀ ਡੈਫੀਨੇਸ਼ਨ ਕਰੀ ਸੀ ਉਹ ਤੋਂ ਬਾਅਦ ਇਹ ਵੀ ਦੇਖਿਆ ਸੀ ਕਿ ਪ੍ਰੋਬੇਬਿਲਿਟੀ ਆਫ ਐਨ ਇਵੈਂਟ ਇਜ਼ ਗ੍ਰੇਟਰ ਦੈਨ ਔਰ ਇਕੁਅਲ ਟੂ 0 ਬਟ ਇਜ਼ ਲੈਸ ਦੈਨ ਔਰ ਇਕੁਅਲ ਟੂ 1। ਮਤਲਬ ਕਿ 0 ਔਰ 1 ਦੇ ਵਿਚਾਲੇ, ਜਿਹਦੇ ਚ 0 ਤੇ 1 ਸ਼ਾਮਿਲ ਹੈ, ਉਹਦੇ ਵਿੱਚ ਹੀ ਜਿਹੜੀ ਤੁਹਾਡੀ ਹੈ ਉਹ ਜਿਹੜੀ ਪ੍ਰੋਬੇਬਿਲਿਟੀ ਲਾਈ ਕਰਦੀ ਹੈ। ਉਸ ਤੋਂ ਬਾਅਦ ਆ ਗਈ ਸਾਡੇ ਕੋਲ ਪੂਰਕ ਘਟਨਾ। ਪੂਰਕ ਘਟਨਾ ਕਿਹਨੂੰ ਕਹਿੰਦੇ ਆ ਬੱਚੋ? ਕਿ ਜੇ ਈ ਕੋਈ ਘਟਨਾ ਹੈ, ਠੀਕ ਹੈ, ਮੰਨ ਲਓ ਈ ਕੋਈ ਘਟਨਾ ਹੈ ਕਿਸੇ ਦੀ ਐਕਸਪੈਰੀਮੈਂਟ ਦੀ, ਤਾਂ ਘਟਨਾ ਈ ਨਹੀਂ ਹੈ ਨੂੰ ਨਿਰੂਪਿਤ ਕਰਨ ਵਾਲੀ ਘਟਨਾ, ਇਹਨੂੰ ਆਪਾਂ ਕਾਹਦੇ ਨਾਲ ਲਿਖਦੇ ਹਾਂ ਬੱਚੋ? ਈ ਬਾਰ ਨਾਲ। ਕਾਹਦੇ ਨਾਲ ਲਿਖਦੇ ਆ? ਈ ਬਾਰ ਨਾਲ। ਉਹ ਘਟਨਾ ਈ ਦੀ ਕੀ ਅਖਵਾਉਂਦੀ ਹੈ? ਪੂਰਕ ਘਟਨਾ। ਉਹ ਇਹਦੀ ਕੀ ਅਖਵਾਉਂਦੀ ਹੈ? ਪੂਰਕ ਘਟਨਾ। ਜਦੋਂ ਅਸੀਂ ਕੋਈ ਪਾਸਾ ਜਿਵੇਂ ਸੁੱਟਿਆ, ਐਗਜ਼ਾਮਪਲ ਦਿੰਦੀ ਮੈਂ ਤੁਹਾਨੂੰ ਇਹਦੀ, ਤਾਂ ਈ ਮੰਨ ਲਓ ਹੈਗੀ ਆ ਸਾਡੇ ਕੋਲ ਘਟਨਾ 2 ਜਾਂ 2 ਤੋਂ ਘੱਟ ਜਿਹੜਾ ਹੈ ਉਹ ਸੰਖਿਆ ਜਿਹੜੀ ਹੈ ਪ੍ਰਾਪਤ ਕਰਨ ਦੀ ਘਟਨਾ। ਠੀਕ ਹੈ, ਤੇ ਇਵੈਂਟ ਈ ਕੀ ਹੈ ਸਾਡੇ ਕੋਲ? 2 ਜਾਂ ਫਿਰ 2 ਤੋਂ ਘੱਟ ਸੰਖਿਆ ਪ੍ਰਾਪਤ ਕਰਨ ਦੀ ਕੀ ਹੈ? ਘਟਨਾ। ਤਾਂ ਜਿਹੜੀ ਈ ਬਾਰ ਹੋਏਗੀ ਮੇਰੇ ਕੋਲ, ਆ ਜਿਹੜੀ ਈ ਬਾਰ ਹੋਏਗੀ, ਆ ਕੀ ਹੋਏਗੀ? 2 ਤੋਂ ਵੱਧ ਸੰਖਿਆ ਪ੍ਰਾਪਤ ਕਰਨਾ। ਠੀਕ ਹੈ, ਜੇ ਮਤਲਬ ਉਹਦਾ ਉਲਟ ਹੋ ਗਿਆ ਕਿ ਜੇ ਈ ਘਟਨਾ ਹੈਗੀ ਹੈ 2 ਜਾਂ 2 ਤੋਂ ਘੱਟ ਸੰਖਿਆ ਪ੍ਰਾਪਤ ਕਰਨਾ, ਤੇ ਈ ਬਾਰ ਜਿਹੜੀ ਹੋਏਗੀ ਉਹ 2 ਤੋਂ ਵੱਧ ਸੰਖਿਆ ਪ੍ਰਾਪਤ ਕਰਨਾ ਹੋਏਗੀ। ਔਰ ਇਹਨਾਂ ਦੋਨੋਂ ਦੀਆਂ ਜਿਹੜੀਆਂ ਸੰਭਾਵਨਾਵਾਂ ਦਾ ਜੋੜ ਹੋਏਗਾ that is equal to 1। probability of E plus probability of E naught is equal to 1। ਹੁਣ ਇਹਦਾ ਮਤਲਬ ਜੇ ਇੱਕ ਚੀਜ਼ ਸਾਨੂੰ ਦਿੱਤੀ ਹੋਈ ਹੈ, ਕਿਸੇ ਘਟਨਾ ਦੇ ਹੋਣ ਦੀ ਸੰਭਾਵਨਾ ਸਾਨੂੰ ਪਤਾ ਹੈ, ਤਾਂ ਘਟਨਾ ਨਹੀਂ ਹੋਣ ਦੀ ਜੇ ਸੰਭਾਵਨਾ ਪਤਾ ਕਰਨੀ ਹੈ ਤਾਂ ਆਪਾਂ ਕਿੱਦਾਂ ਬੱਚੋ ਕੈਲਕੂਲੇਟ ਕਰ ਸਕਦੇ ਆ? 1 ਮਾਈਨਸ ਪ੍ਰੋਬੇਬਿਲਿਟੀ ਆਫ ਇਵੈਂਟ E। ਠੀਕ ਹੈ, ਇਹ ਯਾਦ ਰੱਖਣਾ, ਇਹ ਵੀ ਕਾਫੀ ਇੰਪੋਰਟੈਂਟ ਰਿਜ਼ਲਟ ਹੈ, 1 ਨੰਬਰ 'ਚ ਆ ਸਕਦਾ ਹੈ। ਉਸ ਤੋਂ ਬਾਅਦ ਜਿਹੜੀ ਮੈਂ ਤੁਹਾਨੂੰ ਪਹਿਲਾਂ ਹੀ ਗੱਲ ਦੱਸ ਕੇ ਹਟੀ ਹਾਂ ਕਿ ਕਿਸੇ ਵੀ ਘਟਨਾ ਦੇ ਵਾਪਰਨ ਦੀ ਜਿਹੜੀ ਸੰਭਾਵਨਾ ਹੁੰਦੀ ਹੈ ਉਹ 0 ਅਤੇ 1 ਦੇ ਵਿਚਕਾਰ, ਜਿਹਦੇ ਵਿੱਚ 0 ਅਤੇ 1 ਵਿੱਚ ਸ਼ਾਮਲ ਹੁੰਦਾ ਹੈ, ਹੁੰਦੀ ਹੈ। ਠੀਕ ਹੈ, ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ, ਨੋਟ ਕਰਨ ਵਾਲਾ। ਇਸ ਰਿਜ਼ਲਟ ਨੂੰ ਚੰਗੀ ਤਰ੍ਹਾਂ ਸਮਝ ਲੈਣਾ। ਉਸ ਤੋਂ ਬਾਅਦ ਬੱਚੇ ਹੁਣ ਵਾਰੀ ਆ ਗਈ ਛੋਟੇ ਛੋਟੇ ਕੁਐਸਚਨਸ ਦੀ। ਇਹ ਤੁਸੀਂ ਮੇਰੇ ਨਾਲ ਸੋਲਵ ਕਰਨੇ ਆ, ਜਵਾਬ ਦੇਣੇ ਆ ਬਿਲਕੁਲ ਨਾਲੋਂ ਨਾਲ ਮੇਰੇ। ਕਿਸੇ ਘਟਨਾ ਦੀ ਸੰਭਾਵਨਾ ਡੈਸ਼ ਤੋਂ ਵੱਡੀ ਨਹੀਂ ਹੋ ਸਕਦੀ। ਡੈਸ਼ ਤੋਂ ਵੱਡੀ ਕੀ ਦੱਸਿਆ ਸੀ? ਵੱਧ ਤੋਂ ਵੱਧ ਕਿੰਨੀ ਹੋ ਸਕਦੀ ਹੈ? 1। ਇਹਦਾ ਮਤਲਬ ਕੀ ਹੈ ਕਿ ਕਿਸੇ ਵੀ ਘਟਨਾ ਦੀ ਜਿਹੜੀ ਸੰਭਾਵਨਾ ਹੈ ਉਹ 1 ਤੋਂ ਵੱਡੀ ਨਹੀਂ ਹੋ ਸਕਦੀ। ਸੈਕਿੰਡ ਹੈ, ਕਿਸੇ ਵੀ ਘਟਨਾ ਦੀ ਸੰਭਾਵਨਾ ਡੈਸ਼ ਤੋਂ ਛੋਟੀ ਨਹੀਂ ਹੋ ਸਕਦੀ। ਕਾਹਦੇ ਤੋਂ ਛੋਟੀ ਨਹੀਂ ਹੋਊਗੀ ਬੱਚਿਓ? 0 ਤੋਂ। ਵੈਰੀ ਗੁੱਡ। ਉਸ ਤੋਂ ਬਾਅਦ ਇਹ ਹੈ, ਕਿਸੇ ਪ੍ਰਯੋਗ ਦੀਆਂ ਸਾਰੀਆਂ ਆਰੰਭਿਕ ਮੀਨਸ ਮੁੱਢਲੀਆਂ ਐਲੀਮੈਂਟਰੀ ਇਵੈਂਟਸ, ਕਿਸੇ ਪ੍ਰਯੋਗ ਦੀਆਂ ਸਾਰੀਆਂ ਆਰੰਭਿਕ ਘਟਨਾਵਾਂ ਦੀਆਂ ਸੰਭਾਵਨਾਵਾਂ ਦਾ ਜੋੜ, ਮੈਂ ਤੁਹਾਨੂੰ ਦੱਸਿਆ ਸੀਗਾ ਨਾ, ਇੱਕ ਹੁੰਦਾ ਹੈ, ਜਦੋਂ ਆਪਾਂ ਨੀਚੇ ਟਿਕ ਵੀ ਲਗਾਈ ਸੀਗੀ ਕਿ ਕਿਸੇ ਪ੍ਰਯੋਗ ਦੀਆਂ ਜਿਹੜੀਆਂ ਸਾਰੀਆਂ ਆਰੰਭਿਕ ਘਟਨਾਵਾਂ ਹੈ ਉਹਨਾਂ ਦੀਆਂ ਸੰਭਾਵਨਾਵਾਂ ਦਾ ਜੋੜ 1 ਹੈ। ਆਰੰਭਿਕ ਕਹਿ ਸਕਦੇ, ਮੁੱਢਲੀਆਂ ਕਹਿ ਸਕਦੇ ਆ, ਐਲੀਮੈਂਟਰੀ ਕਹਿ ਸਕਦੇ ਆ, ਕੋਈ ਵੀ ਨਾਮ ਆ ਸਕਦਾ ਹੈ। ਅਜਿਹੀ ਘਟਨਾ ਜੋ ਵਾਪਰ ਨਹੀਂ ਸਕਦੀ ਉਸ ਦੀ ਸੰਭਾਵਨਾ ਕੀ ਹੁੰਦੀ ਹੈ? 0। ਜੋ ਵਾਪਰ ਨਹੀਂ ਸਕਦੀ ਮੀਨਸ ਇੰਪੋਸੀਬਲ। ਠੀਕ ਹੈ, ਜਿਹੜੀ ਘਟਨਾ ਵਾਪਰ ਨਹੀਂ ਸਕਦੀ ਉਹਨੂੰ ਅਸੀਂ ਕੀ ਕਹਿ ਦਿੰਦੇ ਆ? ਇੰਪੋਸੀਬਲ। ਠੀਕ ਹੈ, ਅਸੰਭਵ ਘਟਨਾ ਵੀ ਇਹਨੂੰ ਕਹਿ ਸਕਦੇ ਆ। ਕੁਐਸਚਨ ਇਸ ਤਰ੍ਹਾਂ ਵੀ ਆ ਸਕਦਾ। ਹੁਣ ਜੇਕਰ ਪ੍ਰੋਬੇਬਿਲਿਟੀ ਆਫ ਐਨ ਇਵੈਂਟ E is equal to 3/7 ਤਾਂ E ਨਹੀਂ ਦੀ ਸੰਭਾਵਨਾ ਹੈ ਬੱਚੋ, ਹੁਣੇ ਹੀ ਅਸੀਂ ਕਰਕੇ ਹਟੇ ਹਾਂ ਕਿ ਪ੍ਰੋਬੇਬਿਲਿਟੀ E ਨਹੀਂ ਬਾਹਰ ਆ ਜਾਏਗਾ, ਕਿਹਦੇ ਬਰਾਬਰ ਆਏਗਾ? 1 ਮਾਈਨਸ ਪ੍ਰੋਬੇਬਿਲਿਟੀ ਆਫ E। ਠੀਕ ਹੈ, ਉਹ ਕਿੰਨੀ ਹੈ? 1 ਮਾਈਨਸ 3/7 ਬੱਚੋ, ਕਿਹਦੇ ਬਰਾਬਰ ਆ ਜਾਏਗਾ ਤੁਹਾਡੇ ਕੋਲੇ? 7 ਮਾਈਨਸ 3/7 ਕਿੰਨਾ ਆ ਜਾਏਗਾ ਤੁਹਾਡੇ ਕੋਲ? 4/7। ਠੀਕ ਹੈ, ਇੱਕ ਨਿਸ਼ਚਿਤ ਘਟਨਾ ਦੀ ਜਿਹੜੀ ਸੰਭਾਵਨਾ ਹੈ ਉਹ ਕਿਹਦੇ ਬਰਾਬਰ ਹੁੰਦੀ ਹੈ? 1। ਨਿਸ਼ਚਿਤ ਘਟਨਾ ਮੀਨਸ ਸ਼ੋਰ ਇਵੈਂਟ। ਨਿਸ਼ਚਿਤ ਘਟਨਾ ਮੀਨਸ ਸ਼ੋਰ ਇਵੈਂਟ, ਇਹਦੀ ਸੰਭਾਵਨਾ ਕਿਹਦੇ ਬਰਾਬਰ ਹੁੰਦੀ ਹੈ ਸਾਡੇ ਕੋਲ? 1 ਦੇ।
ਉਹ ਘਟਨਾ ਜਿਸ ਦਾ ਕੇਵਲ ਇੱਕ ਹੀ परिणाम ਹੋਵੇ ਕੀ ਅਖਵਾਉਂਦੀ ਹੈ ਮੁੱਢਲੀ ਘਟਨਾ ਕੀ ਅਖਵਾਉਂਦੀ ਹੈ ਮੁੱਢਲੀ ਘਟਨਾ ਜਾਂ ਜਿਹਨੂੰ ਅਸੀਂ ਕਹਿ ਦਿੰਦੇ ਆ ਐਲੀਮੈਂਟਰੀ ਘਟਨਾ ਜਾਂ ਆਰੰਭਿਕ ਘਟਨਾ ਕੀ ਕਿਸੇ ਦੀ ਘਟਨਾ ਦੀ ਸੰਭਾਵਨਾ 5/2 ਹੋ ਸਕਦੀ ਹੈ ਹੁਣ ਬੱਚੋ ਸੋਚੋ 5/2 ਜਿਹੜਾ ਹੈ ਇਹ 2 ਤੋਂ ਵੀ ਜ਼ਿਆਦਾ ਹੋ ਗਿਆ ਅਸੀਂ ਤਾਂ ਕਿਹਾ ਸੀ ਕਿਸੇ ਘਟਨਾ ਦੀ ਸੰਭਾਵਨਾ ਜਿਹੜੀ ਹੈ 1 ਤੋਂ ਵੱਧ ਹੋ ਹੀ ਨਹੀਂ ਸਕਦੀ ਇਹਦਾ ਮਤਲਬ ਕੀ ਹੈ ਨਹੀਂ ਹੋ ਸਕਦੀ ਕੀ ਹੈ ਨਹੀਂ ਹੋ ਸਕਦੀ ਹੇਠ ਲਿਖਿਆਂ ਵਿੱਚੋਂ ਕਿਹੜੀ ਕਿਸੇ ਘਟਨਾ ਦੀ ਸੰਭਾਵਨਾ ਨਹੀਂ ਹੋ ਸਕਦੀ ਇੱਕ ਹੈਗਾ ਤੁਹਾਡੇ ਕੋਲ 2/3 2/3 ਜਿਹੜਾ ਹੈ 1 ਤੋਂ ਛੋਟਾ ਹੈ 15% ਮੀਨਸ 15/100 0.7 ਮੀਨਸ ਇਹ 0.7 ਹੈ ਬੱਚਿਓ 0.7 ਮੀਨਸ 7/10 ਇਹ ਵੀ ਜਿਹੜਾ ਹੈ ਤੁਹਾਡਾ 1 ਤੋਂ ਘੱਟ ਹੈ ਇਹ ਵੀ ਜਿਹੜਾ ਤੁਹਾਡਾ ਮਤਲਬ ਪੋਸੀਬਿਲਿਟੀ ਹੈ ਹੁਣ ਇੱਥੇ ਜਿਹੜਾ ਕੀ ਹੈ ਮਾਈਨਸ ਜਿਹੜੀ ਹੈ ਕਿਸੇ ਦੀ ਸੰਭਾਵਨਾ ਨਹੀਂ ਹੋ ਸਕਦੀ ਇਹਦਾ ਮਤਲਬ ਆਨਸਰ ਕੀ ਆਏਗਾ ਤੁਹਾਡੇ ਕੋਲ -1.5 ਇਹ ਕਿਸੇ ਘਟਨਾ ਦੀ ਸੰਭਾਵਨਾ ਨਹੀਂ ਹੋ ਸਕਦੀ ਨੈਗੇਟਿਵ ਪੋਸੀਬਲ ਹੈ ਹੀ ਨਹੀਂ 0 ਤੋਂ ਛੋਟੀ ਕਿਸੇ ਘਟਨਾ ਦੀ ਸੰਭਾਵਨਾ ਨਹੀਂ ਹੋ ਸਕਦੀ ਇਹਨਾਂ ਚੋਂ ਬੱਚੋ 1 ਨੰਬਰ ਦਾ ਤੁਹਾਨੂੰ ਕੋਈ ਵੀ ਕੁਐਸਚਨ ਜਿਹੜਾ ਹੈ ਆ ਸਕਦਾ ਹੈ ਜਿਹੜੇ ਪਹਿਲੇ ਆ ਨੈਕਸਟ ਕਰੋ ਕੁਐਸਚਨ ਹੁਣ ਸਾਰੇ ਆਪਣੀਆਂ ਕਾਪੀਆਂ ਖੋਲੋ ਕੁਐਸਚਨ ਹੈ ਕਿ 20 ਬਲਬਾਂ ਦੇ ਸਮੂਹ ਵਿੱਚੋਂ 4 ਬਲਬ ਜਿਹੜੇ ਆ ਉਹ ਕੀ ਹੈ ਖਰਾਬ ਹੈ ਇੱਕ ਬਲਬ ਅਚਾਨਕ ਬਾਹਰ ਕੱਢਿਆ ਜਾਂਦਾ ਹੈ ਸੰਭਾਵਨਾ ਪਤਾ ਕਰਨੀ ਹੈ ਕਿ ਬਲਬ ਕੀ ਹੈ ਖਰਾਬ ਹੋਵੇ ਹੁਣ ਇਹਦੇ ਵਿੱਚ ਬੱਚੋ ਜਿਹੜੇ ਤੁਹਾਡੇ ਕੋਲ ਹੈ ਕੁੱਲ परिणाम ਕਿੰਨੇ ਆ ਗਏ ਤੁਹਾਡੇ ਕੋਲ ਕੁੱਲ परिणाम किन्ने आ गए बच्चों 20 ठीक है खराब बल्ब निकलन दे अनुकूल परिणाम ये फार्मूला बच्चों हर बारी जरूर लिख के आना अद्धा नंबर ਇਹਦਾ ਹੀ मिल जाता हुंदा खराब बल्ब निकलन दे अनुकूल परिणाम किन्ने हो गए तुहाडे कोल 4 प्रोबेबिलिटी खराब बल्ब इज इक्वल टू अनुकूल परिणाम बटा कुल परिणाम अनुकूल परिणाम मतलब ਇਹਦੇ ਨਿਕਲਣ ਦੇ अनुकूल परिणाम बटा की है कुल संभव परिणाम की हो जाएगा बच्चों 4/20 ਕੀ ਆਨਸਰ ਆ ਜਾਏਗਾ ਤੁਹਾਡੇ ਕੋਲ 1/5 ਹੁਣ ਕਹਿੰਦਾ ਕਿ ਬਲਬ ਜਿਹੜਾ ਹੈ ਖਰਾਬ ਨਾ ਹੋਵੇ ਪ੍ਰੋਬੇਬਿਲਿਟੀ ਖਰਾਬ ਨਹੀਂ ਬਲਬ ਜਾਂ ਨਹੀਂ ਖਰਾਬ ਬਲਬ ਜਿਹੜਾ ਹੈ ਉਹ ਇਹਨੂੰ ਚਾਹੇ ਇੱਧਰ ਲਿਖ ਲਿਓ ਨਹੀਂ ਖਰਾਬ ਬਲਬ ਜਿਹੜਾ ਹੈ ਉਹ ਕਿਹਦੇ ਬਰਾਬਰ ਹੋ ਜਾਊਗਾ ਹੁਣ ਬਲਬ ਠੀਕ ਹੋਣ ਦੇ ਜਾਂ ਠੀਕ ਬਲਬ ਵੀ ਕਹਿ ਸਕਦੇ ਆਪਾਂ ਹੁਣ ਠੀਕ ਬਲਬ ਕਿੰਨੇ ਆ ਜੇ 16 ਚੋਂ 4 ਖਰਾਬ ਹੈ 20 ਚੋਂ 4 ਖਰਾਬ ਹੈ ਤਾਂ ਇਹਦਾ ਮਤਲਬ ਠੀਕ ਕਿੰਨੇ ਹੋ ਗਏ ਸਾਡੇ ਕੋਲ 16 ठीक है ਉਹਦੇ अनुकूल परिणाम की हो गए ਇੱਥੇ ਲਿਖ ਲੈਣੇ ਆਪਾਂ ठीक बल्ब ਦੇ अनुकूल परिणाम मेरे कोल किन्ने हैं बच्चों 16 ठीक है तो खराब नहीं बल्ब किदे बराबर आ गया 16/20 4 चौके 16 4 पंजे 20 ਇਹ ਕਿੰਨਾ ਆ ਜਾਏਗਾ 4/5 ਜਾਂ ਇਹਦਾ ਹੁਣ ਇੱਕ ਤਰੀਕਾ ਇਹ ਵੀ ਮੈਂ ਦੱਸ ਸਕਦੀ ਹਾਂ ਜੇ ਮੈਂ ਖਰਾਬ ਬਲਬ ਨੂੰ ਇਵੈਂਟ E ਲੈ ਲਵਾਂ ਤਾਂ ਪ੍ਰੋਬੇਬਿਲਿਟੀ ਆਫ E ਮੇਰੀ ਕਿੰਨੀ ਸੀਗੀ E ਕਿੰਨੀ ਸੀ ਮੇਰੇ ਕੋਲ 4/20 ਜਾਂ ਜਿਹਨੂੰ ਮੈਂ ਕੀ ਕਹਿਤਾ ਸੀਗਾ 1/5 ਕਿੰਨੀ ਸੀ 1/5 ਹੁਣ ਮੈਂ ਖਰਾਬ ਨਹੀਂ ਠੀਕ ਕੱਢਣਾ ਤਾਂ ਮੈਂ ਇੱਥੋਂ ਜਿਹੜਾ ਸਿੱਧਾ ਹੀ ਕੱਢ ਸਕਦੀ ਹਾਂ ਪ੍ਰੋਬੇਬਿਲਿਟੀ ਆਫ E ਬਾਰ ਜਿਹੜਾ ਹੈ that is equal to 1 minus 1/5 ਕਿੰਨਾ ਆ ਜਾਏਗਾ ਤੁਹਾਡੇ ਕੋਲ ਬੱਚੋ 4/5 ਠੀਕ ਹੈ ਚਾਹੇ ਉਸ ਤਰ੍ਹਾਂ ਕੱਢ ਲਓ ਚਾਹੇ ਇਸ ਤਰੀਕੇ ਦੇ ਨਾਲ ਡਾਇਰੈਕਟਲੀ ਜਿਹੜਾ ਹੈ ਉਹ ਫਾਰਮੂਲਾ ਲਗਾ ਕੇ ਅਸੀਂ ਜਿਹੜਾ ਹੈ ਕੱਢ ਸਕਦੇ ਹਾਂ ਠੀਕ ਹੈ ਹੁਣ ਇਸ ਤੋਂ ਬਾਅਦ ਦੇਖੋ ਬੱਚਿਓ ਤੁਹਾਡੇ ਕੋਲ ਆਉਂਦੇ ਆ ਇਹਦੇ ਵਿੱਚ ਤਾਸ਼ ਦੇ ਸਵਾਲ ਇਹ ਬਹੁਤ ਇੰਪੋਰਟੈਂਟ ਸਵਾਲ ਹੈ ਤਾਸ਼ ਵਾਲਾ ਜਿਹੜਾ ਆ ਤੁਸੀਂ ਤਾਸ਼ ਸਾਰਿਆਂ ਨੇ ਘਰਾਂ ਦੇ ਵਿੱਚ ਦੇਖੀ ਹੋਏਗੀ ਮੈਂ ਤੁਹਾਨੂੰ ਇੱਕ ਵਾਰੀ ਇਹਦੀ ਜਿਹੜੀ ਹੈ ਪੂਰੀ ਇਨਫੋਰਮੇਸ਼ਨ ਦੇ ਦਿੰਨੀ ਆ ਵੀ ਇਹਦੇ ਵਿੱਚ ਕਿੰਨੇ ਪੱਤੇ ਹੁੰਦੇ ਆ ਔਰ ਕਿਸ ਤਰ੍ਹਾਂ ਦੇ ਪੱਤੇ ਹੁੰਦੇ ਹਨ ਹੁਣ ਦੇਖੋ ਬੱਚੋ ਇਹਦੇ ਵਿੱਚ ਕਿੰਨੇ ਟੋਟਲ ਪਲੇਇੰਗ ਕਾਰਡਸ ਹੁੰਦੇ ਆ 52 ਕਿੰਨੇ ਪੱਤੇ ਹੁੰਦੇ ਆ ਤਾਸ਼ ਦੀ ਗੁੱਟੀ 'ਚ ਕਿੰਨੇ ਪੱਤੇ ਹੁੰਦੇ ਆ 52 ਉਹਦੇ ਵਿੱਚੋਂ ਜਿਹੜੇ ਕਾਲੇ ਰੰਗ ਦੇ ਪੱਤੇ ਹੁੰਦੇ ਆ ਉਹ ਕਿੰਨੇ ਹੁੰਦੇ ਆ 26 ਬਲੈਕ ਕਾਰਡਸ ਜਿਹੜੇ ਆ ਉਹ ਕਿੰਨੇ ਹੁੰਦੇ ਆ 26 ਇਸੇ ਤਰ੍ਹਾਂ ਜਿਹੜੇ ਰੈੱਡ ਕਾਰਡਸ ਹੁੰਦੇ ਆ ਲਾਲ ਰੰਗ ਦੇ ਪੱਤੇ ਹੁੰਦੇ ਆ ਉਹ ਕਿੰਨੇ ਹੁੰਦੇ ਆ ਉਹ ਵੀ 26 ਇਹਨਾਂ ਦੇ ਅੱਗੇ ਫਿਰ ਸਬ ਪਾਰਟਸ ਹੁੰਦੇ ਆ
ਕਾਲੇ ਜਿਹੜੇ ਕਾਰਡਸ ਹੁੰਦੇ ਆ ਉਹਨਾਂ ਦੇ ਵਿੱਚ ਇੱਕ ਤੁਹਾਡੇ ਕੋਲ ਆ ਹੁੰਦਾ ਹੈ ਹੁਕਮ, ਜਿਹਨੂੰ ਤੁਸੀਂ ਕੀ ਕਹਿ ਦਿੰਦੇ ਆ ਹੁਕਮ। ਆ ਜਿਹੜਾ ਪੱਤਾ ਹੈ ਇਹਨੂੰ ਇੰਗਲਿਸ਼ ਦੇ ਵਿੱਚ ਸਪੇਡ ਕਹਿੰਦੇ ਆ ਤੇ ਪੰਜਾਬੀ ਦੇ ਵਿੱਚ ਕੀ ਕਹਿ ਦਿੰਦੇ ਆ ਇਹਨੂੰ ਹੁਕਮ। ਠੀਕ ਹੈ, ਪੰਜਾਬੀ ਚ ਕੀ ਕਹਿੰਦੇ ਆ ਇਹਨੂੰ ਹੁਕਮ। ਇੱਕ ਕਾਲੇ ਰੰਗ ਦਾ ਇਹ ਕਿੰਨੇ ਟੋਟਲ ਪੱਤੇ ਹੁੰਦੇ ਆ 13। ਕਿੰਨੇ ਪੱਤੇ ਹੁੰਦੇ ਆ 13। 26 ਚੋਂ ਮਤਲਬ 13 ਪੱਤੇ ਜਿਹੜੇ ਆ ਤੁਹਾਡੇ ਕਾਦੇ ਹੋਣੇ ਆ ਹੁਕਮ ਦੇ। ਉਸ ਤੋਂ ਬਾਅਦ ਹੋਰ ਕਾਲੇ ਰੰਗ ਦੇ ਕਿਹੜੇ ਪੱਤੇ ਹੁੰਦੇ ਆ ਤੁਹਾਡੀ ਚਿੜੀ। ਠੀਕ ਹੈ, ਤੇ ਇਹਨੂੰ ਅਸੀਂ ਇੰਗਲਿਸ਼ ਦੇ ਵਿੱਚ ਕਹਿ ਦਿੰਦੇ ਆ ਕਲੱਬ ਤੇ ਪੰਜਾਬੀ ਚ ਕੀ ਕਹਿ ਦਿੰਦੇ ਆ ਇਹਨੂੰ ਚਿੜੀ। ਹੁਣ ਚਿੜੀ ਦੇ ਵੀ ਕਿੰਨੇ ਪੱਤੇ ਹੁੰਦੇ ਆ ਬੱਚਿਓ 13, ਤੁਹਾਨੂੰ ਸਭ ਨੂੰ ਪਤਾ। ਚਿੜੀ ਦੇ ਵੀ ਕਿੰਨੇ ਪੱਤੇ ਹੁੰਦੇ ਆ ਤੁਹਾਡੇ ਕੋਲ 13। ਠੀਕ ਹੈ, ਉਸ ਤੋਂ ਬਾਅਦ ਦੇਖੋ ਤੁਹਾਡੇ ਕੋਲ ਲਾਲ ਰੰਗ ਦੇ ਕਿੰਨੇ ਪੱਤੇ ਹੁੰਦੇ ਆ 26। ਉਹਦੇ ਚੋਂ ਲਾਲ ਰੰਗ ਦਾ ਕਿਹੜਾ ਕਿਹੜਾ ਹੁੰਦਾ ਹੈ, ਇੱਕ ਇਹਨੂੰ ਕਹਿੰਦੇ ਆ ਇੱਟ ਦਾ ਪੱਤਾ। ਠੀਕ ਹੈ, ਡਾਇਮੰਡ ਕਾਹਦਾ ਪੱਤਾ ਹੈ ਇਹ ਇੱਟ ਦਾ। ਠੀਕ ਹੈ, ਇਹ ਪੱਤੇ ਵੀ ਕਿੰਨੇ ਹੁੰਦੇ ਆ ਤੁਹਾਡੇ ਕੋਲ 13। ਠੀਕ ਹੈ, ਉਸ ਤੋਂ ਬਾਅਦ ਤੁਹਾਡੇ ਕੋਲ ਹੁੰਦਾ ਹੈ ਪਾਨ ਦਾ ਪੱਤਾ, ਇਹਨੂੰ ਕਿਹਾ ਜਾਂਦਾ ਹੈ ਹਾਰਟ। ਠੀਕ ਹੈ, ਇਹ ਵੀ ਪੱਤੇ ਬੱਚਿਓ ਕਿੰਨੇ ਹੁੰਦੇ ਆ ਤੁਹਾਡੇ ਕੋਲ 13। ਠੀਕ ਹੈ, ਹੁਣ ਹਰੇਕ ਸੈੱਟ ਜਿਹੜਾ 13 ਕਾਰਡਸ ਦਾ ਹੈ ਇਹ 4 ਤਰ੍ਹਾਂ ਦੇ ਬੱਚਿਓ ਤੁਹਾਡੇ ਕੋਲ 13 13 13 ਪੱਤੇ ਹੋ ਗਏ। ਠੀਕ ਹੈ, 13 13 13 13 ਹੋ ਗਏ ਨਾ ਤੁਹਾਡੇ ਕੋਲ 52 ਪੱਤੇ। ਹੁਣ ਹਰੇਕ ਜਿਹੜਾ ਸੈੱਟ ਆਫ 13 ਕਾਰਡਸ ਹੈ ਉਹਦੇ ਵਿੱਚ ਜਿਹੜੇ ਹੈ ਤੁਹਾਡੇ ਕੋਲ 3 ਜਿਹੜੇ ਹੁੰਦੇ ਆ ਉਹ ਕੀ ਹੁੰਦੇ ਆ ਫੇਸ ਕਾਰਡਸ। ਕੀ ਕਹਿੰਦੇ ਆ ਉਹਨਾਂ ਨੂੰ ਆਪਾਂ ਚਿੱਤਰ ਪੱਤੇ। ਜਿਵੇਂ ਕਿ ਕਿਹੜਾ ਕਿਹੜਾ ਹੁੰਦਾ ਗੋਲਾ ਬੇਗਮ ਬਾਦਸ਼ਾਹ। ਠੀਕ ਹੈ, ਗੋਲਾ ਬੇਗਮ ਬਾਦਸ਼ਾਹ ਜਾਂ ਗੁਲਾਮ ਵੀ ਕਹਿ ਦਿੰਦੇ ਇਹਨੂੰ। ਤੇ 10 ਜਿਹੜੇ ਆ ਤੁਹਾਡੇ ਕੋਲ ਕੀ ਹੁੰਦੇ ਆ ਨੰਬਰਡ ਕਾਰਡ ਹੁੰਦੇ ਆ। ਜਿੱਦਾਂ ਹੁਣ ਯੱਕਾ, ਦੁੱਕੀ, ਤਿੱਕੀ, ਚੌਕੀ, ਇਸ ਤਰ੍ਹਾਂ ਕਰਕੇ ਜਿਹੜੇ ਦਸੀ ਇਦਾਂ ਕਰਕੇ ਜਿਹੜੇ ਤੁਹਾਡੇ ਕੋਲ 10 ਕੀ ਹੁੰਦੇ ਆ ਸਾਡੇ ਕੋਲ ਨੰਬਰ ਕਾਰਡਸ ਹੁੰਦੇ ਹੈ। ਠੀਕ ਹੈ, ਹੁਣ ਬੱਚੋ ਇੱਕ ਵਾਰੀ ਮੈਂ ਤੁਹਾਨੂੰ ਪੂਰੀ ਤਾਸ਼ ਦਿਖਾ ਵੀ ਦਿੰਨੀ ਆ। ਹੁਣ ਆ ਜਿਹੜੇ ਸਾਰੇ ਆ ਆ ਦੇਖੋ ਆ 1 2 3 4 5 6 7 8 9 10 11 12 ਇਹ 12 ਕੀ ਆ ਸਾਡੇ ਕੋਲ ਚਿੱਤਰ ਪੱਤੇ। 12 ਕੀ ਹੈ ਚਿੱਤਰ ਪੱਤੇ। 6 ਪੱਤੇ ਮੇਰੇ ਕੋਲ ਕਾਲੇ ਰੰਗ ਦੇ ਆ ਤੇ 6 ਪੱਤੇ ਮੇਰੇ ਕੋਲ ਕੀ ਹੈ ਲਾਲ ਰੰਗ ਦੇ ਆ। ਠੀਕ ਹੈ, ਤੇ ਇੱਧਰ ਕੀ ਹੈ ਯੱਕਾ, ਦੁੱਕੀ, ਤਿੱਕੀ, 5 6 7 8 9 10 ਜਿਹੜੇ ਮੇਰੇ ਕੋਲ ਕੀ ਹੈ ਨੰਬਰਡ ਪੱਤੇ। ਹੁਣ ਬੱਚੋ ਜੇ ਤਾਂ ਮੈਂ ਕੱਢਣਾ ਹੋਵੇ ਕਿ ਲਾਲ ਰੰਗ ਦੀਆਂ ਦੁੱਕੀਆਂ ਕਿੰਨੀਆਂ, ਹੁਣ ਲਾਲ ਰੰਗ ਦੀਆਂ ਦੁੱਕੀਆਂ ਕਿੰਨੀਆਂ ਹੋ ਗਈਆਂ 1 ਤੇ 2। ਸੰਭਾਵਨਾ ਕੀ ਹੋ ਜੂਗੀ 2/52। ਠੀਕ ਹੈ, ਜੇ ਮੈਂ ਕੱਢਣਾ ਹੋਵੇ ਕਿ ਦੁੱਕੀ ਦੀ ਸੰਭਾਵਨਾ ਕੀ ਹੈ ਤਾਂ ਮੇਰੇ ਕੋਲ ਕਿੰਨੀਆਂ 1 2 3 4 ਕੀ ਆ ਜੂਗੀ 4/52। ਠੀਕ ਹੈ, ਜੇ ਮੈਂ ਕਹਿੰਨੀ ਆ ਕਿ ਪਾਨ ਦੀ ਦੁੱਕੀ ਦੀ ਸੰਭਾਵਨਾ ਕੀ ਹੈ ਤੇ ਪਾਨ ਦੀ ਦੁੱਕੀ ਮੇਰੇ ਕੋਲ ਇੱਕੋ ਹੀ ਆ ਬੇਟਾ। ਠੀਕ ਹੈ, ਪਾਨ ਦੀ ਦੁੱਕੀ ਮੇਰੇ ਕੋਲ ਇੱਕੋ ਹੀ ਆ ਤੇ ਇਹਦਾ ਮਤਲਬ ਜਿਹੜਾ ਕੀ ਹੈ ਇਹਦੀ ਸੰਭਾਵਨਾ ਮੇਰੇ ਕੋਲ ਕਿਹਦੇ ਬਰਾਬਰ ਆ ਜਾਏਗੀ 1/52। ਇਦਾਂ ਹੀ ਮੈਂ ਚਿੱਤਰ ਪੱਤਿਆਂ ਦੀ ਸੰਭਾਵਨਾ ਦੇਖਦੀ ਆ ਕਿ ਜੇ ਮੈਂ ਚਿੱਤਰ ਪੱਤੇ ਦੀ ਸੰਭਾਵਨਾ ਪਤਾ ਕਰਨੀ ਆ ਤੇ ਮੇਰੇ ਕੋਲ ਟੋਟਲ ਹੈਗੇ 12 ਤੇ ਕੀ ਸੰਭਾਵਨਾ ਹੋਏਗੀ ਮੇਰੇ ਕੋਲ 12/52। ਜੇ ਮੈਂ ਕਹਿੰਨੀ ਆ ਕਿ ਕਾਲੇ ਰੰਗ ਦੇ ਚਿੱਤਰ ਪੱਤੇ ਤਾਂ ਮੇਰੇ ਕੋਲ ਕੀ ਹੋ ਜੂਗੀ 6/52। ਜੇ ਮੈਂ ਕਹਿੰਨੀ ਆ ਲਾਲ ਰੰਗ ਦੇ ਚਿੱਤਰ ਪੱਤੇ ਤਾਂ ਵੀ ਮੇਰੇ ਕੋਲ ਕੀ ਹੋ ਜੂਗੀ 6/52। ਠੀਕ ਹੈ, ਜੇ ਮੈਂ ਕਹਿੰਨੀ ਆ ਕਿ ਇਹਦੀ ਜਿਹੜੀ ਕਹਿ ਲਓ ਤੁਸੀਂ ਚਿੜੀ ਦੀ ਬੇਗਮ ਦੀ ਕੀ ਸੰਭਾਵਨਾ, ਹੁਣ ਚਿੜੀ ਦੀ ਬੇਗਮ ਤਾਂ ਇੱਕੋ ਹੀ ਹੈ ਮੇਰੇ ਕੋਲ, ਚਿੜੀ ਦੀ ਬੇਗਮ ਇੱਕੋ ਹੀ ਹੈ, ਇਹਦਾ ਮਤਲਬ ਕੀ ਹੈ ਇਹਦੀ ਸੰਭਾਵਨਾ ਕੀ ਹੋਏਗੀ 1/52। ਸੋ ਇਸੇ ਟਾਈਪ ਦੇ ਕੁਐਸਚਨ ਜਿਹੜੇ ਆ ਤੁਹਾਨੂੰ ਤਾਸ਼ ਦੇ ਵਿੱਚੋਂ ਅਕਸਰ ਪੁੱਛੇ ਜਾਂਦੇ ਆ। ਜੇ ਤੁਸੀਂ ਇਹ ਤਾਸ਼ ਦੇ ਪੱਤਿਆਂ ਦੀ ਆ ਜਿਹੜਾ ਸਮਝ ਗਏ ਪ੍ਰੋਪਰ ਕਿ ਕਿਸ ਕਿਸ ਤਰ੍ਹਾਂ ਦੇ ਕਿੰਨੇ ਕਿੰਨੇ ਪੱਤੇ ਹੁੰਦੇ ਆ ਤਾਂ ਔਰ ਬਹੁਤ ਹੀ ਈਜ਼ੀ ਹੈ, ਕੋਈ ਮੁਸ਼ਕਿਲ ਵੀ ਨਹੀਂ ਹੈ। ਚਿੱਤਰ ਪੱਤੇ ਟੋਟਲ ਜਿਹੜੇ ਹੈ ਤੁਹਾਡੇ ਕੋਲ ਕਿੰਨੇ ਆ 12 ਹੈ, ਮੈਂ ਤੁਹਾਨੂੰ ਸਾਰੇ ਦਿਖਾਤੇ ਕਿੰਨੇ ਆ 12। ਠੀਕ ਹੈ, 6 ਜਿਹੜੇ ਆ ਤੁਹਾਡੇ ਕੋਲ ਕਾਲੇ ਰੰਗ ਦੇ ਆ ਤੇ 6 ਜਿਹੜੇ ਆ ਲਾਲ ਰੰਗ ਦੇ। ਉਹ ਤੋਂ ਬਾਅਦ ਜੇ ਕੋਈ ਪਾਰਟਿਕੂਲਰ ਟਾਈਪ ਦਾ ਪੁੱਛਦਾ ਤਾਂ ਫਿਰ ਤੁਸੀਂ ਉਹਦੇ ਹਿਸਾਬ ਨਾਲ ਜਿਹੜਾ ਹੈ ਜਵਾਬ ਦੇ ਸਕਦੇ ਆ। ਚਲੋ ਹੁਣ ਇੱਕ ਕੁਐਸਚਨ ਕਰਦੇ ਆ, ਦੇਖਦੇ ਆ ਤੁਹਾਨੂੰ ਕਿੰਨਾ ਕੁ ਯਾਦ ਹੈ। ਤਾਸ਼ ਤਾਂ ਤੁਹਾਨੂੰ ਦਿਖਾ ਦਿੱਤੀ ਸਾਰੀ ਚੰਗੀ ਤਰ੍ਹਾਂ। ਕਹਿੰਦਾ ਕਿ 52 ਪੱਤਿਆਂ ਦੀ ਚੰਗੀ ਤਰ੍ਹਾਂ ਫੈਂਟੀ ਗਈ ਤਾਸ਼ ਦੀ ਗੁੱਟੀ ਵਿੱਚੋਂ ਇੱਕ ਪੱਤਾ ਬਾਹਰ ਕੱਢਿਆ ਜਾਂਦਾ ਹੈ। ਹੇਠ ਲਿਖਿਆ ਨੂੰ ਪ੍ਰਾਪਤ ਕਰਨ ਦੀ ਸੰਭਾਵਨਾ ਪਤਾ ਕਰੋ। ਹੁਣ ਲਾਲ ਰੰਗ ਦਾ ਬਾਦਸ਼ਾਹ। ਹੁਣ ਬੱਚਿਓ ਮੈਂ ਤਾਂ ਹਰ ਵਾਰੀ ਫਾਰਮੂਲਾ ਨਹੀਂ ਲਿਖੂੰਗੀ ਪਰ ਤੁਸੀਂ ਜ਼ਰੂਰ ਲਿਖਣਾ। ਪ੍ਰੋਬੇਬਿਲਿਟੀ ਲਾਲ ਰੰਗ ਦਾ ਬਾਦਸ਼ਾਹ। ਲਾਲ ਰੰਗ ਦਾ ਬਾਦਸ਼ਾਹ ਹੁਣ ਮੈਂ ਤੁਹਾਨੂੰ ਦੱਸਿਆ ਸੀ ਇੱਕੋ ਹੀ ਹੈ, 2 ਹੈ ਸੌਰੀ। ਇੱਕ ਜਿਹੜਾ ਤੁਹਾਡਾ ਹੋਏਗਾ ਪਾਨ ਦਾ ਤੇ ਇੱਕ ਜਿਹੜਾ ਹੋਏਗਾ ਤੁਹਾਡਾ ਇੱਟ ਦਾ ਤੇ ਇਹ ਕੀ ਆ ਜਾਏਗੀ ਤੁਹਾਡੇ ਕੋਲ 2/52। ਕੁੱਲ ਪਰਿਣਾਮ ਜਿਹੜੇ ਆ ਸਾਡੇ ਕੋਲ ਕਿੰਨੇ ਆ 52। ਇਹ ਤਾਂ ਚੀਜ਼ ਤੁਹਾਨੂੰ ਕ੍ਰਿਸਟਲ ਕਲੀਅਰ ਹੋਣੀ ਚਾਹੀਦੀ ਹੈ ਕਿ ਕਿਉਂਕਿ ਟੋਟਲ ਜਿਹੜੇ 52 ਪੱਤੇ ਆ ਤੇ ਇਹਦਾ ਮਤਲਬ ਕੁੱਲ ਸੰਭਾਵੀ ਪਰਿਣਾਮ ਜਿਹੜੇ ਆ ਸਾਡੇ ਕੋਲ ਉਹ ਕਿਹਦੇ ਬਰਾਬਰ ਹੈ
52 ਦੇ। ठीक है, प्रोबेबिलिटी लाल रंग का जिहड़ा बादशाह है वो किहदे बराबर आ जाएगी 2/52। सैकेंड पार्ट है एक तस्वीर वाला पत्ता। हुण तस्वीर वाले पत्ते दे अनुकूल परिणाम किन्ने आ? तस्वीर वाले पत्ते दे अनुकूल परिणाम किन्ने आ बच्चों? 12 दिखाए से तुहानू मैं पत्ते। फिर प्रोबेबिलिटी तस्वीर वाला पत्ता, तस्वीर वाला पत्ता की हो जाएगी तुहाडे कोल 12/52। ठीक है, ये किहदे बराबर आ जाएगी 4 × 12 3/13 के बराबर। ठीक है, उस तो बाद थर्ड जिहड़ा है लाल रंग की तस्वीर, प्रोबेबिलिटी लाल रंग की। हुण जे 12 है तो 12 चों 6 लाल है 6 काले है, की आ जाएगा प्रोबेबिलिटी लाल रंग दा तस्वीर वाला पत्ता। ये बच्चों की आ जाएगी तुहाडे कोल 6/52, या इनू तुसीं कह सकते हैं 2 × 6 3/26। उस तो बाद है जी पान दा गुलाम, प्रोबेबिलिटी पान दा गुलाम। हुण मैं दस्सिया सी पान दा गुलाम तो इक्को ही है, टोटल गुलाम 4 है, पर पान दा गुलाम कितना? इक्को ही, की आ जाएगी 1/52। आ तुहाडा सीगा फोर्थ पार्ट। उस तो बाद जिहड़ा है तुहाडा फिफ्थ पार्ट की है हुक्म दा पत्ता। फिफ्थ पार्ट की है प्रोबेबिलिटी। बच्चों नाल बोलना है तुसी। हुण हुक्म दे पत्ते किन्ने आ? साडे कोल किन्ने सीगे? हरेक तरह दे किन्ने सीगे? 13 पत्ते। हुक्म दे भी 13 सी, इट दे भी 13 सी, पान दे भी 13 सी, चिड़ी दे भी 13 सी। ਇਹਦਾ मतलब हुक्म ਦਾ पत्ता किहदे बराबर आ जाएगा 13/52। कितना आ जाएगा 1/4। लास्ट सीगा साडे कोल प्रोबेबिलिटी इट दी बेगम, इट दी बेगम। ये भी बच्चों इक्को ही होनी है, एक तरह की इक्को ही है। ਇਹਦਾ मतलब ਇਹਦਾ आंसर भी तुहाडे कोल की आ जाएगा 1/52। सो तो बड़ी आसानी दे नाल जिहड़े ताश वाले सवाल था दे आर वैरी ईजी टू डू। ठीक है, उस तो अगे आ गई साडे कोल जे 2 डाइस। आपां पहलां तां नॉर्मली आपां जिहड़े 9th च करके आए आ इक्को ही डाइस नूं उछालदे सी, पर जे हुण सपोज असीं 2 डाइस इकट्ठियां उछालियां, 2 पासे इकट्ठे सुट्टे, तो साडी जिहड़ी सैंपल स्पेस है वो की बनदी है? कुल संभावी परिणाम की है? हुण जे मैं आ वाले डाइस है, मतलब इस डाइस ते मान लो पहले 1 आ गया, दूजी ते भी 1 आ गया, इधर 1 आ गया, इधर 2 आ गया, इधर 1 आ गया, इधर 3 आ गया, इधर फिर 1 आ गया, इधर 4 आ गया, फिर इधर 1 आ गया, इधर 5 आ गया, इदां ही फिर इधर 1 आ गया, इधर कितना आ गया तुहाडे कोल 6। ठीक है, आ की है तुहाडे कोल 1 ते 6। इस तरह ही 2 1 2 2 2 3 2 4 2 5 2 6। इदां ही इधरों जे 3 तो शुरू हुई है 3 1 3 2 3 3 3 4 3 5 3 6। इदां ये टोटल बच्चों देखो ये किन्ने साडे कोल कुल संभव परिणाम किन्ने हो गए 36। ठीक है, 6 ਜਿਹੜੀਆਂ ਤੁਹਾਡੀਆਂ रोज है, 6 की है कॉलम है। कुल ਜਿਹੜੀ सैंपल स्पेस ਦੇ ਵਿੱਚ टोटल परिणाम किन्ने आ गए ਸਾਡੇ ਕੋਲ 6 6 36। ਹੁਣ ਇਹਦੇ ਤੇ ਬੇਸਡ ਆਪਾਂ ਕੋਈ ਵੀ ਜਿਹੜੇ ਹੈ ਕੁਐਸਚਨ ਹੈ, ਜੇ ਸਾਨੂੰ ਇਹ ਸੈਂਪਲ ਸਪੇਸ ਦਾ ਪਤਾ ਹੈ ਤਾਂ ਬੜੇ ਅਸੀਂ ਆਰਾਮ ਦੇ ਨਾਲ ਕੁਐਸਚਨ ਕਰ ਸਕਦੇ ਹਾਂ। ਮੈਂ ਇੱਕ ਤੁਹਾਡੇ ਲਈ ਕੁਐਸਚਨ ਵੀ ਲੈ ਕੇ ਆਈ ਹਾਂ, ਤੁਸੀਂ ਹੁਣ ਮੇਰੇ ਨਾਲ ਕਰਨਾ। ਕਹਿੰਦਾ ਕਿ 2 ਪਾਸੇ ਇਕੱਠੇ ਸੁੱਟੇ ਜਾਂਦੇ ਹਨ, ਇਸ ਦੀ ਕੀ ਸੰਭਾਵਨਾ ਹੈ ਕਿ ਦੋਨੋਂ ਪਾਸੇ ਦੀਆਂ ਜਿਹੜੀਆਂ ਸੰਖਿਆਵਾਂ ਦਾ ਜਿਹੜਾ ਜੋੜ ਹੈ ਉਹ ਕਿੰਨਾ ਹੈ 8। ਠੀਕ ਹੈ, ਹੁਣ ਦੇਖੋ ਬੱਚਿਓ 8 ਕਿੱਥੇ ਕਿੱਥੇ ਸੀਗਾ ਸਾਡੇ ਕੋਲ? ਪਹਿਲੇ ਵਾਲੀ ਚ ਤਾਂ ਆਏਗਾ ਹੀ ਨਹੀਂ ਕਿਉਂਕਿ 1 6 ਲਾਸਟ ਸੀ। ਇਹਦੇ ਚ ਕਰਾਂਗੇ ਤਾਂ ਆਪਾਂ 1 ਆ ਗਿਆ 2 6। ਠੀਕ ਹੈ, ਇੱਧਰ ਕਰਾਂਗੇ ਤਾਂ ਕਿੰਨਾ ਆ ਗਿਆ ਮੇਰੇ ਕੋਲ 3 5। ਜੇ ਇੱਧਰ ਕਰਾਂਗੇ ਤਾਂ ਕੀ ਆ ਗਿਆ ਮੇਰੇ ਕੋਲ 4 4। ਇੱਧਰ ਕਰਾਂਗੇ ਤਾਂ ਕੀ ਆ ਗਿਆ ਮੇਰੇ ਕੋਲ 5 3। ਜੇ ਇੱਧਰ ਕਰਾਂਗੇ ਤਾਂ ਕੀ ਆ ਗਿਆ ਮੇਰੇ ਕੋਲ 6 ਤੇ 2। ਹੁਣ ਜੋੜ 8 ਸਾਡੇ ਕੋਲ ਕਦੋਂ ਕਦੋਂ ਆਇਆ? 6 2 5 3 4 4 3 5 ਤੇ 2 6। ਕਿੰਨੀ ਵਾਰੀ ਆਇਆ ਟੋਟਲ? 1 2 3 4 5। ਠੀਕ ਹੈ, ਸੋ ਇਹਦੀ ਜਿਹੜੀ ਸੰਭਾਵਨਾ ਕੀ ਹੋ ਜਾਏਗੀ? ਪਹਿਲਾਂ ਅਸੀਂ ਲਿਖਾਂਗੇ ਕਿ ਕੁੱਲ ਮੇਰੇ ਕੋਲ परिणाम ਕਿੰਨੇ ਆਏ ਆ। ਕੁੱਲ परिणाम ਬੱਚਿਓ ਕਿੰਨੇ ਆਏ ਆ ਮੇਰੇ ਕੋਲ? 36। ਪ੍ਰੋਬੇਬਿਲਿਟੀ ਦੋਨੋਂ ਪਾਸਿਆਂ ਦਾ ਜੋੜ, ਦੋਨੋਂ ਪਾਸਿਆਂ ਤੇ ਸੰਖਿਆਵਾਂ ਦਾ ਜੋੜ 8। ਕਿੰਨੇ 5 ਸੀਗੇ ਨਾ?
5 ਬਟਾ ਕਿੰਨਾ ਹੋ ਜਾਏਗਾ 36। ਹੁਣ ਕੀ ਕਹਿੰਦਾ ਦੋਨੋਂ ਪਾਸਿਆਂ ਦੇ ਸੰਖਿਆਵਾਂ ਦਾ ਜੋੜ ਕਿੰਨਾ ਹੋਵੇ 13। ਹੁਣ ਇਹ ਕੋਈ ਪੋਸੀਬਲ ਹੀ ਨਹੀਂ ਹੈ ਕਿਉਂਕਿ ਵੱਧ ਤੋਂ ਵੱਧ ਕੀ ਹੈ 6 ਉਧਰ ਹੈ ਤੇ 6 ਉਧਰ ਆਊਗਾ, 6 ਤੇ 6 12, ਕੋਈ ਚਾਂਸ ਹੀ ਨਹੀਂ। ਇਹਦਾ ਮਤਲਬ ਆ ਇਵੈਂਟ ਕੀ ਹੋ ਗਈ ਸਾਡੇ ਕੋਲ ਇੰਪੋਸੀਬਲ ਇਵੈਂਟ, ਕੀ ਹੋ ਗਈ ਸਾਡੇ ਕੋਲ ਅਸੰਭਵ ਘਟਨਾ। ਸੋ ਪ੍ਰੋਬੇਬਿਲਿਟੀ ਦੋनों ਪਾਸਿਆਂ ਤੇ ਤੁਸੀਂ ਪੂਰਾ ਹੀ ਲਿਖ ਕੇ ਆਣਾ ਬੇਟੇ, ਸੰਖਿਆਵਾਂ ਦਾ ਜੋੜ ਜਿਹੜਾ ਹੈ 13 ਹੈ ਤੇ ਉਹ ਕੀ ਹੋ ਜਾਊਗੀ ਤੁਹਾਡੇ ਕੋਲ 0, 0 ਬਟਾ 36 ਇਜ਼ ਇਕੁਅਲ ਟੂ 0। ਠੀਕ ਹੈ, ਹੁਣ ਸੰਭਾਵਨਾ ਅੱਗੇ ਆ ਗਈ 12 ਤੋਂ ਛੋਟੀ ਜਾਂ ਉਸ ਦੇ ਬਰਾਬਰ। ਹੁਣ ਦੇਖਿਓ ਬੱਚੋ ਆ ਜਿਹੜੀ ਸੈਂਪਲ ਸਪੇਸ ਹੈ ਤੁਸੀਂ ਦੇਖੋ ਸਾਰਾ 12 ਤੋਂ ਛੋਟਾ ਹੈ, 6 6 12 ਹੀ ਮੈਕਸਿਮਮ ਆਇਆ ਸਾਡੇ ਕੋਲ, ਬਾਕੀ ਸਭ ਛੋਟੇ ਹੀ ਸੀਗੇ ਉਹਦੇ ਤੋਂ। ਆ ਜਿਹੜਾ 1 1 2 ਆ ਤਾਂ ਚਲੋ ਹੈ ਹੀ ਛੋਟਾ, 3 6 9 ਆ ਵੀ ਛੋਟਾ ਹੈ, ਸਾਰੇ ਦੇ ਸਾਰੇ ਕੀ ਹੈ ਛੋਟੇ ਹੈ। ਹੁਣ ਉਹਨੇ ਕੁਐਸਚਨ ਸਾਡੇ ਕੋਲ ਪੁੱਛਿਆ 12 ਤੋਂ ਛੋਟੀ ਜਾਂ ਉਸ ਦੇ ਬਰਾਬਰ। ਹੁਣ ਕੀ ਆਏਗਾ ਤੁਹਾਡੀ ਪ੍ਰੋਬੇਬਿਲਿਟੀ ਜੋੜ 12 ਤੋਂ ਛੋਟਾ ਜਾਂ ਉਸ ਦੇ ਬਰਾਬਰ। ਸੋ ਬੱਚੋ ਇਹ ਕੀ ਆ ਸਾਰੀ ਦੀ ਸਾਰੀ ਜਿਹੜੀ ਤੁਹਾਡੇ ਕੋਲ ਸੈਂਪਲ ਸਪੇਸ ਆ ਜਾਏਗੀ, ਕੀ ਆ ਜਾਏਗੀ 36, 36 ਦੀਆਂ 36 ਹੈ ਜਿਹੜੀਆਂ ਪਰਿਣਾਮ ਹੈ, ਇਹ ਕੀ ਆਨਸਰ ਆ ਜਾਏਗਾ 1। ਇਹਦਾ ਮਤਲਬ ਇਹ ਕੀ ਹੈ ਸ਼ੋਰ ਇਵੈਂਟ, ਇਹ ਕੀ ਹੈ ਸ਼ੋਰ, ਜਿੱਦਾਂ ਆਪਾਂ ਉਹਨੂੰ ਕਿਹਾ ਸੀ ਉਹ ਇੰਪੋਸੀਬਲ ਹੈ, ਇਹ ਕੀ ਹੋ ਗਈ ਸ਼ੋਰ। ਆ ਬਹੁਤ ਇੰਪੋਰਟੈਂਟ ਕੁਐਸਚਨ ਹੈ। ਇੱਕ ਥੈਲੇ ਵਿੱਚ 5 ਲਾਲ 8 ਚਿੱਟੇ ਤੇ 4 ਹਰੇ ਬੰਟੇ ਹਨ ਤੇ ਕੁੱਲ ਪਰਿਣਾਮ ਸਾਡੇ ਕੋਲ ਕਿੰਨੇ ਹੋ ਗਏ ਬੱਚਿਓ, ਪਹਿਲਾਂ ਜੋੜ ਲਓ ਇਹਨਾਂ ਨੂੰ, 5 + 8 + 4 ਕਿੰਨੇ ਹੋ ਗਏ 17। ਕਹਿੰਦਾ ਡੱਬੇ ਚੋਂ ਇੱਕ ਬੰਟਾ ਅਚਾਨਕ ਬਾਹਰ ਕੱਢਿਆ ਜਾਂਦਾ ਹੈ, ਇਸ ਦੀ ਕੀ ਸੰਭਾਵਨਾ ਹੈ ਕਿ ਕੱਢਿਆ ਗਿਆ ਕੀ ਹੈ ਲਾਲ ਬੰਟਾ। ਹੁਣ ਪ੍ਰੋਬੇਬਿਲਿਟੀ ਲਾਲ ਬੰਟਾ, ਲਾਲ ਬੰਟੇ ਦੇ ਅਨੁਕੂਲ ਪਰਿਣਾਮ ਕੀ ਹੈ ਸਾਡੇ ਕੋਲ, ਲਾਲ ਬੰਟੇ ਦੇ ਅਨੁਕੂਲ ਪਰਿਣਾਮ ਕੀ ਹੈ 5। ਲਾਲ ਦੇ ਮੈਂ ਇੱਕ ਵਾਰੀ ਲਿਖ ਦਿੰਨੀ ਆ, ਬਾਕੀ ਤੁਸੀਂ ਅਗਲੇ ਆਪਣੇ ਆਪ ਲਿਖਨੇ। ਲਾਲ ਦੇ ਅਨੁਕੂਲ ਪਰਿਣਾਮ ਕੀ ਹੈ, ਕੁਐਸਚਨ ਪ੍ਰੋਪਰ ਕਰਕੇ ਆਈਦਾ ਹੁੰਦਾ ਬੇਟੇ ਤਾਂ ਪੂਰੇ ਨੰਬਰ ਮਿਲਦੇ ਆ। ਪ੍ਰੋਬੇਬਿਲਿਟੀ ਲਾਲ ਬੰਟਾ ਕੀ ਹੈ ਅਨੁਕੂਲ ਪਰਿਣਾਮ ਬਟਾ ਕੁੱਲ ਪਰਿਣਾਮ। ਠੀਕ ਹੈ, ਤਾਂ ਇਹ ਕਿੰਨਾ ਆ ਜਾਏਗਾ ਤੁਹਾਡੇ ਕੋਲ 5 ਬਟਾ 17, 5 ਬਟਾ 17। ਇਦਾਂ ਹੀ ਹੁਣ ਜੇ ਚਿੱਟਾ ਕੱਢਣਾ ਆ ਤਾਂ ਕੀ ਹੋ ਜਾਏਗਾ ਬੱਚਿਓ ਤੁਹਾਡੇ ਕੋਲ, ਚਿੱਟਾ ਬੰਟਾ ਕਿਹਦੇ ਬਰਾਬਰ ਹੋ ਜਾਏਗਾ 8 ਹੈ ਉਹਦੇ ਅਨੁਕੂਲ ਪਰਿਣਾਮ, ਤੇ ਇਹ ਕੀ ਆ ਜਾਏਗਾ ਤੁਹਾਡੇ ਕੋਲ ਬੱਚਿਓ 8 ਬਟਾ 17। ਇਦਾਂ ਹੀ ਜਿਹੜਾ ਤੁਹਾਡੇ ਕੋਲ ਹਰਾ ਬੰਟਾ ਹੈ, ਹਰੇ ਦੇ ਕਿੰਨੇ ਹੋ ਜਾਣਗੇ 4 ਬਟਾ, ਹਰਾ ਨਹੀਂ, ਹਰਾ ਨਹੀਂ ਮਤਲਬ ਕੀ ਹੈ ਜਾਂ ਲਾਲ ਹੈ ਜਾਂ ਚਿੱਟਾ ਹੈ, 8 ਤੇ 5 ਕਿੰਨਾ ਹੋ ਜਾਏਗਾ 13 ਬਟਾ 17। ਹਰਾ ਨਹੀਂ ਦੇ ਬਰਾਬਰ ਕੀ ਆ ਜਾਊਗਾ ਤੁਹਾਡੇ ਕੋਲ 13 ਬਟਾ 17। ਸੋ ਇਦਾਂ ਬੱਚਿਓ ਤੁਸੀਂ ਜਿਹੜੇ ਇਹ ਸਾਰੇ ਕੁਐਸਚਨਸ ਜਿਹੜੇ ਆ ਬਹੁਤ ਆਰਾਮ ਦੇ ਨਾਲ ਜਿਹੜੇ ਕਰ ਸਕਦੇ ਆ, ਔਰ ਆਲ ਆਰ ਈਜ਼ੀ ਟੂ ਅਟੈਂਪਟ, ਕੁਝ ਵੀ ਇਹਨਾਂ ਦੇ ਵਿੱਚ ਜਿਹੜਾ ਮੁਸ਼ਕਿਲ ਨਹੀਂ ਹੈ। ਇਦਾਂ ਹੀ ਆਹ ਕੁਐਸਚਨ ਬਹੁਤ ਇੰਪੋਰਟੈਂਟ ਹੈ, ਇਹ ਆਪਣੇ ਅੱਜ ਲਈ ਤੁਹਾਡੇ ਲਈ ਹੋਮਵਰਕ ਹੈ। ਅਗਲੀ ਵਾਰੀ ਜਦੋਂ ਤੁਸੀਂ ਆਓਗੇ ਇਸ ਕੁਐਸਚਨ ਨੂੰ ਕਰਕੇ ਲੈ ਕੇ ਆਣਾ। ਠੀਕ ਹੈ, ਇਦਾਂ ਹੀ ਆ ਪਲੇਟਾਂ ਵਾਲਾ ਕੁਐਸਚਨ ਹੈ, ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। 2 ਅੰਕਾਂ ਵਾਲੀ ਸੰਖਿਆ ਬੇਟੇ ਜਿਹੜੀ ਹੈ 81 ਤੱਕ ਆਏਗੀ 90 ਤੋਂ ਛੋਟੀ, ਪੂਰਨ ਵਰਗ ਜਿਹੜੀ ਆਏਗੀ ਤੁਹਾਡੇ ਕੋਲ 10 ਤੋਂ ਲੈ ਕੇ ਜਿਹੜੇ 90 ਤੱਕ ਦੇ ਅੰਕ 81 ਆ ਜਾਣਗੇ ਤੇ ਇਹਦੀ ਸੰਭਾਵਨਾ ਕੀ ਹੋ ਜਾਏਗੀ 81 ਬਟਾ 90। ਇਦਾਂ ਹੀ ਜੇ ਪੂਰਨ ਵਰਗ ਲੈਣੇ ਆ ਤੇ 90 ਤੱਕ ਆਪਣੇ ਕੋਲ 9 ਆ ਜਾਣੇ ਆ। ਇਦਾਂ ਹੀ 5 ਨਾਲ ਵੰਡੀ ਜਾਣ ਵਾਲੀ ਸੰਖਿਆ ਜਿਹੜੀ ਕੀ ਹੈ ਸਾਡੇ ਕੋਲ ਕੀ ਹੈ 18 ਆ ਜਾਣੀ ਹੈ। ਹੁਣ ਜਿੱਦਾਂ ਆਹ ਵਾਲਾ ਕੁਐਸਚਨ ਹੈ, ਇਹ ਇੱਕ ਦੇ ਵਿੱਚੋਂ ਸਿੰਪਲ ਮਾਈਨਸ ਕਰਨਾ, ਨਾ ਹੋਣ ਦੀ ਨਹੀਂ ਹੋਣ ਦੀ, ਪੂਰਾ ਘਟਨਾਵਾਂ ਦੇ ਨਾਲ ਦਾ ਰਲਦਾ ਜਿਹੜਾ ਮਿਲਦਾ ਜਿਹੜਾ ਕੁਐਸਚਨ ਹੈ। ਮੈਨੂੰ ਉਮੀਦ ਹੈ ਕਿ ਜਿਹੜਾ ਅੱਜ ਵਾਲਾ ਲੈਕਚਰ ਹੈ ਤੁਹਾਨੂੰ ਪਸੰਦ ਆਏਗਾ, ਔਰ ਬਹੁਤ ਹੀ ਆਸਾਨ ਤੁਹਾਡਾ ਜਿਹੜਾ ਇਹ ਚੈਪਟਰ ਹੈ, ਔਰ ਇਸ ਨੂੰ ਅੱਛੀ ਤਰ੍ਹਾਂ ਅਗਰ ਤੁਸੀਂ ਪ੍ਰੈਕਟਿਸ ਕਰੋਗੇ ਤਾਂ 3 ਨੰਬਰ ਦਾ ਪੇਪਰ ਆਣਾ ਹੈ ਤੁਹਾਡੇ ਲਈ ਬਹੁਤ ਆਸਾਨ ਹੈ। 3 ਦੇ 3 ਨੰਬਰ ਲੈਣੇ, ਇੱਕ ਹੀ ਸਿਰਫ ਫਾਰਮੂਲਾ ਹੈ ਤੇ ਤੁਸੀਂ ਬੜੀ ਆਸਾਨੀ ਦੇ ਨਾਲ ਇਹਨੂੰ ਕਰ ਸਕਦੇ। ਥੈਂਕ ਯੂ ਬੇਟਾ।